ਜੈ ਮਸੀਹ ਬੇਟੇ ਦੇ ਭਰਾਵੋ, ਗॉड ਬlesਸ ਯੂ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਦੁਆ ਕਰਦਾ ਹੈਗਾ ਜਿਨੇ ਭੈਣ ਭਰਾ ਅੱਜ ਦਾ ਸੁਨੇਹਾ ਸੁਣ ਰਹੇ ਨੇ, ਮੇਰੀ ਪ੍ਰਾਰਥਨਾ ਹੈ ਕਿ ਇਹ ਪਰਮੇਸ਼ਵਰ ਦੀ ਬਰਕਤ ਤੇ ਪਰਮੇਸ਼ਵਰ ਦਾ ਆਸ਼ੀਰਵਾਦ ਤੁਹਾਡੇ ਹਰ ਇੱਕ ਉੱਤੇ ਹੋਵੇ, ਤੁਹਾਡੇ ਪਰਿਵਾਰਾਂ ਉੱਤੇ ਹੋਵੇ, ਤੁਹਾਡੇ ਬੱਚਿਆਂ ਉੱਤੇ ਹੋਵੇ, ਸਾਰੀ ਉਮਰ ਤੱਕ ਅੱਜ ਦੇ ਸੁਨੇਹੇ ਦੀ ਰੈਵਲੇਸ਼ਨ, ਉਹਦੀ ਇਲੂਮੀਨੇਸ਼ਨ ਤੁਹਾਡੀ ਰੂਹ ਦੇ ਵਿੱਚ ਉਤਰ ਆਵੇ। ਇਹ ਮੇਰੀ ਪ੍ਰੇਅਰ ਹੈਗੀ ਆ। ਆਓ ਸਦਾ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ। ਪ੍ਰਾਪਤ ਕਰਨਾ, ਇੱਕ ਬਜ਼ੁਰਗ ਔਰਤ ਸੀ ਤੇ ਉਹਨੂੰ ਕੋਈ ਪ੍ਰੋਬਲਮ ਸੀਗੀ ਉਹਦੀਆਂ ਲੱਤਾਂ ਦੇ ਵਿੱਚ, ਤੇ ਉਹ ਫੌੜੀਆਂ ਤੇ ਚਰਚ ਵਿੱਚ ਆਉਂਦੀ ਸੀਗੀ, ਕ੍ਰਚਸ ਦੇ ਸਹਾਰੇ ਦੇ ਨਾਲ ਤੁਰਦੀ ਸੀ, ਤੇ ਉਹ ਕੋਈ ਮੀਟਿੰਗ ਮਿਸ ਨਹੀਂ ਕਰਦੀ ਸੀ, ਹਰ ਮੀਟਿੰਗ ਦੇ ਵਿੱਚ ਉੱਥੇ ਸੀਗੀ। ਤੇ ਇੱਕ ਬ੍ਰਦਰ ਨੇ ਚਰਚ ਦੇ ਵਿੱਚੋਂ ਉਹਨੂੰ ਪੁੱਛਿਆ ਵੀ ਸਿਸਟਰ ਵੀ ਤੂੰ ਕਿੱਦਾਂ ਮੈਨੇਜ ਕਰ ਲੈਣੀ ਆ ਵੀ, ਇਹ ਮਤਲਬ ਸਾਨੂੰ ਪਤਾ ਹੈ ਕਿ ਤੂੰ ਇਸ ਸਿਚੁਏਸ਼ਨ ਥਾਂ ਨਿਕਲ ਰਹੀ ਹੈਗੀ ਆ ਤੇ ਕ੍ਰਚਸ ਤੇ ਆਉਣੀ ਹੈਗੀ ਆ, ਤੂੰ ਚਰਚ, ਤੂੰ ਹਰ ਮੀਟਿੰਗ ਦੇ ਵਿੱਚ ਇੱਥੇ ਪਹੁੰਚਦੀ ਹੈਗੀ ਆ ਵੀ ਅਸੀਂ ਕਈ ਵਾਰ ਮੀਟਿੰਗਾਂ ਕੋਈ ਮਿਸ ਕਰ ਲੈਂਦੇ ਆ, ਵੀ ਤੂੰ ਕਿੱਦਾਂ ਕਰ ਲਈ ਹੈ, ਕਿਸ ਤਰ੍ਹਾਂ ਮਤਲਬ ਇਹ ਜਿਹੀ ਡਿਸਿਪਲਿਨ ਤੂੰ ਪ੍ਰਾਪਤ ਕੀਤੀ ਆ, ਵੀ ਕਿੱਦਾਂ ਤੂੰ ਇੱਦਾਂ ਕਰ ਲੈਂਦੀ ਆ। ਕਹਿੰਦੀ ਬ੍ਰਦਰ, ਮੇਰਾ ਦਿਲ ਮੇਰੀਆਂ ਲੱਤਾਂ ਤੋਂ ਵੀ ਗਾਹਾਂ ਭੱਜ ਲੈਂਦਾ ਹੈ। ਕਹਿੰਦੀ ਪਹਿਲਾਂ ਮੇਰਾ ਦਿਲ ਚਰਚ ਵਿੱਚ ਪਹੁੰਚ ਜਾਂਦਾ ਆ, ਲੱਤਾਂ ਫਿਰ ਮੇਰੇ ਦਿਲ ਨੂੰ ਫੋਲੋ ਕਰ ਲੈਂਦੀਆਂ ਨੇ। ਕਿੰਨੀ ਵੱਡੀ ਬਰਕਤ ਵਾਲੀ ਗੱਲ ਉਹਨੇ ਕਹੀ। ਮੇਰਾ ਦਿਲ ਮੇਰੇ ਤੋਂ ਮੂਹਰੇ ਭੱਜ ਲੈਂਦਾ ਹੈ, ਯਾਨੀ ਕਿ ਆਪਣਾ ਦਿਲ ਚਾਹੁੰਦਾ ਆ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਪ੍ਰਭੂ ਦੀ ਇਬਾਦਤ ਕਰੀਏ। ਕੀ ਆਪਣਾ ਦਿਲ ਮਿਸ ਕਰਦਾ ਆ ਇਸ ਸੰਗਤੀ ਨੂੰ? ਕੀ ਤੁਹਾਡਾ ਦਿਲ ਮਿਸ ਕਰਦਾ ਹੈ ਕਿ ਵਾਹ ਆਪਾਂ ਐਕਲੀਸੀਆ ਵਿੱਚ ਜਾਵਾਂਗੇ, ਆਪਾਂ ਚਰਚ ਵਿੱਚ ਜਾਵਾਂਗੇ, ਆਪਾਂ ਪਰਮੇਸ਼ਰ ਦੀ ਮਹਿਮਾ ਕਰਾਂਗੇ? ਮੈਨੂੰ ਯਾਦ ਆ ਕਿ ਦਾਊਦ ਨੇ ਕੁਝ ਕਿਹਾ ਸੀਗਾ, ਜ਼ਬੂਰ 122 ਤੇ ਵਰਸ ਪਹਿਲੇ ਦੇ ਵਿੱਚ ਦਾਊਦ ਨੇ ਆਖਿਆ ਸੀਗਾ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚੱਲੀਏ। ਹੁਣ ਦਾਊਦ ਤਾਂ ਪਹਿਲਾਂ ਹੀ ਤਿਆਰ ਰਹਿੰਦਾ ਸੀਗਾ ਪਰਮੇਸ਼ਵਰ ਦੇ ਘਰ ਜਾਣ ਦੇ ਵਿੱਚ, ਹੈ ਨਾ, ਤੇ ਫਿਰ ਦਾਊਦ ਵੀ ਖੁਸ਼ ਕਾਹਤੋਂ ਹੋਇਆ? ਉਹ ਤਾਂ ਹਮੇਸ਼ਾ ਰੈਡੀ ਰਹਿੰਦਾ ਸੀ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਣ ਨੂੰ, ਲੇਕਿਨ ਦਾਊਦ ਕਾਹਤੋਂ ਖੁਸ਼ ਹੋਇਆ? ਉਹ ਤਾਂ ਖੁਸ਼ ਹੋਇਆ, ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚੱਲੀਏ। ਦਾਊਦ ਖੁਸ਼ ਹੋਇਆ ਕਿ ਹਜੇ ਵੀ ਕੁਝ ਐਸੇ ਭਰਾ ਹੈਗੇ ਨੇ, ਐਸੇ ਦੋਸਤ ਹੈਗੇ ਨੇ ਜਿਹੜੇ ਮੈਨੂੰ ਇਨਕਰੇਜ ਕਰਦੇ ਨੇ ਵੀ ਆਓ ਯਹੋਵਾ ਦੇ ਘਰ ਚੱਲੀਏ। ਦਾਊਦ ਕਹਿੰਦਾ ਮੈਂ ਇਕੱਲਾ ਨਹੀਂ ਗਾ ਵੀ ਜਿਹੜਾ ਯਹੋਵਾ ਦੇ ਘਰ ਵੱਲ ਨੂੰ ਭੱਜਦਾ ਆ, ਮੇਰੇ ਨਾਲ ਕੋਈ ਦੋਸਤ ਵੀ ਨੇ, ਮਿੱਤਰ ਵੀ ਨੇ, ਮੇਰੇ ਰਿਸ਼ਤੇਦਾਰ ਵੀ ਨੇ ਜਿਹੜੇ ਮੈਨੂੰ ਕਹਿੰਦੇ ਨੇ, ਤਾਂ ਮੈਂ ਖੁਸ਼ ਹੋਣਾ ਜਦੋਂ ਮੈਨੂੰ ਕਹਿੰਦੇ ਨੇ ਆਓ ਯਹੋਵਾ ਦੇ ਘਰ ਚੱਲੀਏ। ਆਪਾਂ ਖੁਸ਼ ਹੋਵਾਂਗੇ। ਮੈਂ ਵਿਸ਼ਵਾਸ ਕਰਦਾ ਕਿ ਜਦੋਂ ਆਪਣੇ ਘਰ ਦੇ ਵਿੱਚ ਘਰ ਵਾਲੇ ਸਾਨੂੰ ਕਹਿੰਦੇ ਨੇ ਵੀ ਆਓ ਪਰਮੇਸ਼ਰ ਦੇ ਘਰ ਵਿੱਚ ਚੱਲੀਏ, ਬੱਚੇ ਸਾਨੂੰ ਕਹਿੰਦੇ ਨੇ ਵੀ ਆਪਾਂ ਚਰਚ ਨਹੀਂ ਜਾਣਾ ਹੈ, ਅੱਜ ਸੰਡੇ ਆਪਾਂ ਚਰਚ ਨਹੀਂ ਜਾਣਾ, ਅੱਜ ਫਰਾਈਡੇ ਆਪਾਂ ਚਰਚ ਨਹੀਂ ਜਾਣਾ, ਅੱਜ ਵੈਨਸਡੇ ਆਪਾਂ ਚਰਚ ਦੀ ਮੀਟਿੰਗ ਮਿਸ ਨਹੀਂ ਕਰਨੀ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚੱਲੀਏ। ਪ੍ਰਭੂ ਦੇ ਬਣੋ, ਇਸ ਜ਼ਿੰਦਗੀ ਦਾ ਜੇ ਕੋਈ ਮਕਸਦ ਹੈ, ਤੁਹਾਨੂੰ ਪਤਾ ਕਿ ਇੱਕ ਦਿਨ ਆਵੇਗਾ ਅੱਖਾਂ ਬੰਦ ਹੋ ਜਾਣੀਆਂ ਨੇ ਤੇ ਤੁਰ ਜਾਣਾ ਹੈ ਫਿਰ ਆਪਾਂ ਉਸ ਸਵਰਗ ਵੱਲ ਨੂੰ ਜਿੱਧਰ ਪਰਮੇਸ਼ਰ ਸਾਨੂੰ ਪਹੁੰਚਾ ਦਿੱਤਾ ਹੈ ਸਲੀਬ ਤੇ। ਪ੍ਰਭੂ ਦਾ ਵਚਨ ਕਹਿੰਦਾ ਕਿ ਸਲੀਬ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਪਾਪ ਚੁੱਕ ਲਏ, ਤੇ ਜਿਹੜਾ ਵੀ ਇਨਸਾਨ ਪ੍ਰਭੂ ਯਿਸੂ ਵਿਸ਼ਵਾਸ ਕਰਦਾ ਆ ਉਹਦੇ ਪਾਪ ਧੁੱਤੇ ਜਾਂਦੇ ਨੇ, ਤੇ ਜਿਹੜੇ ਪਾਪ ਧੁੱਤੇ ਜਾਣ, ਜਿਹੜੇ ਪਾਪ ਮਿਟ ਜਾਣ, ਉਹਨੂੰ ਸਵਰਗ ਜਾਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਲੇਕਿਨ ਜਦ ਤੱਕ ਆਪਾਂ ਇਸ ਧਰਤੀ ਤੇ ਆ, ਕਿ ਤੁਸੀਂ ਖੁਸ਼ ਹੁੰਦੇ ਹੋ ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਹੋ, ਕਿ ਤੁਸੀਂ ਨਾਰੇ ਲਾਉਂਦੇ ਹੋ, ਕਿ ਤੁਸੀਂ ਭੰਗੜੇ ਪਾਉਂਦੇ ਹੋ, ਕਿ ਤੁਸੀਂ ਗਿੱਧੇ ਪਾਉਂਦੇ ਹੋ, ਕਿ ਤੁਸੀਂ ਜੋ ਆਪਣੀਆਂ ਗੱਡੀਆਂ ਦੇ ਵਿੱਚ ਆ ਰਹੇ ਹੁੰਦੇ ਹੋ, ਗੀਤ ਗਾਉਂਦੇ ਆਉਂਦੇ ਹੋ, ਭਜਨ ਗਾਉਂਦੇ ਆਉਂਦੇ ਹੋ, ਜੈ ਜੈਕਾਰ ਕਰਦੇ ਆਉਂਦੇ ਹੋ ਕਿ ਪਰਮੇਸ਼ਵਰ ਦੇ ਘਰ ਚਲੀਏ। ਬਚਨ ਕਹਿੰਦਾ ਆ ਕਿ ਇੱਕ ਦਿਨ ਪਰਮੇਸ਼ਵਰ ਦੇ ਘਰ ਦੇ ਵਿੱਚ ਹੋਣਾ ਹਜ਼ਾਰਾਂ ਦਿਨ ਬਾਹਰ ਬਤੀਤ ਕਰਨ ਤੋਂ ਵੀ ਚੰਗਾ ਆ। ਪਰ ਮਤਲਬ ਬਹੁਤ ਹੀ ਜ਼ਰੂਰੀ ਆ ਐਕਲੇਸੀਆ ਦੇ ਨਾਲ ਬਹਿਣਾ, ਭੈਣ ਭਰਾਵਾਂ ਦੇ ਨਾਲ ਬੈਠਣਾ ਉੱਠਣਾ ਬਹੁਤ ਜ਼ਰੂਰੀ ਆ, ਫੈਲੋਸ਼ਿਪ ਕਰਨੀ ਬਹੁਤ ਜ਼ਰੂਰੀ ਆ। ਅੱਜ ਮੈਂ ਤੁਹਾਡੇ ਨਾਲ ਵਚਨ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਾਂਗਾ ਜਿਹਦੇ ਨਾਲ ਆਪਾਂ ਅੰਡਰਸਟੈਂਡ ਕਰ ਲਾਂਗੇ ਕਿ ਕਿੰਨਾ ਜ਼ਰੂਰੀ ਆ ਆਪਾਂ ਨੂੰ ਪਰਮੇਸ਼ਵਰ ਦੇ ਘਰ ਵਿੱਚ ਬਹਿਣਾ ਤੇ ਆਉਣਾ। ਮੈਨੂੰ ਯਾਦ ਆ ਕਿ ਜ਼ਬੂਰ 133 ਦੇ ਵਿੱਚ ਲਿਖਿਆ ਆ ਕਿ ਕਿੱਥੇ ਪਰਮੇਸ਼ਰ ਆਪਣੀ ਬਰਕਤ ਤੇ ਕਿੱਥੇ ਪਰਮੇਸ਼ਰ ਆਪਣਾ ਆਸ਼ੀਰਵਾਦ ਤੇ ਕਿੱਥੇ ਪਰਮੇਸ਼ਰ ਹਮੇਸ਼ਾ ਦੀ ਜ਼ਿੰਦਗੀ ਭੇਜਦਾ, ਉੱਥੇ ਜਿੱਥੇ ਭੈਣ ਭਰਾ ਸਾਰੇ ਮਿਲ ਕੇ ਇਕੱਠੇ ਹੋ ਕੇ ਪਰਮੇਸ਼ਰ ਦੀ ਇਬਾਦਤ ਕਰਦੇ ਨੇ। ਆਮੇਨ।
ਸੋ ਪ੍ਰਭੂ ਯਿਸੂ ਮਸੀਹ ਜੀ ਨੇ ਇਹ ਵੀ ਆਖਿਆ ਸੀ ਆਪਣੇ ਚੇਲਿਆਂ ਨੂੰ, ਕਿਹਾ ਸੀਗਾ ਜਿੱਥੇ 2 ਜਾਂ 3 ਜਣੇ ਮੇਰੇ ਨਾਮ ਦੇ ਵਿੱਚ ਇਕੱਠੇ ਹੋਣ ਮੈਂ ਉੱਥੇ ਮੌਜੂਦ ਹਾਂ। ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੀ ਮੈਨੀਫੈਸਟਡ ਪ੍ਰੈਜ਼ੈਂਸ ਉੱਥੇ ਉਤਰ ਜਾਂਦੀ ਆ ਜਿੱਥੇ 2 ਜਾਂ 3 ਜਣੇ ਇਕੱਠੇ ਮਿਲ ਕੇ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਆਏ ਹੁੰਦੇ ਨੇ। ਮੈਨੂੰ ਪਤਾ ਹੈ ਕਿ ਪਰਮੇਸ਼ਰ ਆਪਣੇ ਨਾਲ ਆਪਣੇ ਅੰਗ ਸੰਗਾ, ਲੇਕਿਨ ਉਹਦੀ ਜਿਹੜੀ ਪਾਵਰ ਹੈ ਜਿਹੜੀ ਮੈਨੀਫੈਸਟਡ ਹੋ ਜਾਂਦੀ ਹੈ। ਵਚਨ ਕਹਿੰਦਾ ਆ 1000 ਨੂੰ ਸਿੱਟੂਗਾ, 2 10,000 ਨੂੰ ਸਿੱਟਣਗੇ। ਤੁਹਾਡੀ ਜ਼ਿੰਦਗੀ ਦੇ ਉੱਤੇ ਜਿਹੜੀ ਪ੍ਰਭੂ ਦੀ ਹਜ਼ੂਰੀ ਆਉਂਦੀ ਹੈ, ਲੇਕਿਨ ਜਦੋਂ 2 ਜਣੇ ਇਕੱਠੇ ਮਿਲ ਕੇ ਪ੍ਰਾਰਥਨਾ ਕਰਦੇ ਨੇ, ਏਕਤਾ ਦੇ ਵਿੱਚ, ਫੈਲੋਸ਼ਿਪ ਦੇ ਵਿੱਚ ਪ੍ਰਾਰਥਨਾ ਕਰਦੇ ਨੇ, ਉਹ ਮਲਟੀਪਲਾਈ ਹੋ ਜਾਂਦੀ ਹੈ। ਐਸੀ ਗਹਿਰੀ, ਐਸੀ ਅਨੋਇੰਟਿੰਗ, ਐਸੀ ਪਾਵਰ ਆ ਜਾਂਦੀ ਆ ਉਹਨਾਂ ਦੇ ਉੱਤੇ, ਕਿਉਂਕਿ ਉਹ ਇਕਲੀਸੀਆ, ਉਹ ਚਰਚ ਆ, ਉਹ ਬੋਡੀ ਆਫ ਕ੍ਰਾਈਸਟ ਆ। ਜਿਹੜੀ ਬੋਡੀ ਆਫ ਕ੍ਰਾਈਸਟ ਤੇ ਪਾਵਰ ਉਤਰਨੀ ਆ, ਜਿਹੜੀ ਬੋਡੀ ਆਫ ਕ੍ਰਾਈਸਟ ਤੇ ਅਥਾਰਟੀ ਉਤਰਨੀ ਆ, ਜਿਹੜੀ ਬੋਡੀ ਆਫ ਕ੍ਰਾਈਸਟ ਤੇ ਅਨੋਇੰਟਿੰਗ ਉਤਰਨੀ ਆ, ਉਹ ਪਰਸਨਲੀ ਇਕੱਲੇ ਤੇ ਨਹੀਂ ਉਤਰ ਰਹੀ। ਤਾਂ ਹੀ ਜਦੋਂ ਆਪਾਂ ਇਕਲੀਸੀਆ ਵਿੱਚ ਜਾਂਦੇ ਹਾਂ, ਉੱਥੇ ਪ੍ਰਭੂ ਦੀ ਹਜ਼ੂਰੀ ਮਹਿਸੂਸ ਕਰਦੇ ਹਾਂ। ਵਾਹ, ਮਹਿਸੂਸ ਕਰਦੇ ਹਾਂ। ਕਿੰਨੀ ਵੱਡੀ ਬਰਕਤ ਆ ਪ੍ਰਭੂ ਦੇ ਪਰੋਂ ਜਦੋਂ ਆਪਾਂ ਪਰਮੇਸ਼ਰ ਦੇ ਘਰ ਦੇ ਵਿੱਚ। ਸੋ ਅੱਜ ਦਾ ਇਹ ਸੁਨੇਹਾ ਹਰ ਇੱਕ ਭੈਣ ਭਰਾ ਦੇ ਲਈ ਹੈ। ਆਓ ਦਿਲ ਖੋਲ ਲਈਏ ਪੂਰੀ ਤਰੀਕੇ ਦੇ ਨਾਲ, ਅੰਡਰਸਟੈਂਡ ਕਰੀਏ ਪਰਮੇਸ਼ਰ ਦੇ ਵਚਨ ਦੇ ਵਿੱਚ ਪ੍ਰਭੂ ਆਪਾਂ ਨੂੰ ਕਿੰਨਾ ਦਿਲਾਸਾ ਦਿੰਦਾ ਆ, ਇਨਕਰੇਜ ਕਰਦਾ ਹੈ ਕਿ ਪਰਮੇਸ਼ਰ ਦੇ ਘਰ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਆਓ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ। ਪ੍ਰਭੂ ਦੇ ਪਰੋਂ ਸਭ ਤੋਂ ਪਹਿਲੇ ਨੰਬਰ ਤੇ ਸੰਤ ਲੂਕਾਸ ਉਹਦਾ 24ਵਾਂ ਚੈਪਟਰ ਤੇ ਉਹਦਾ ਵਰਸ 45 ਪੜਾਂਗੇ ਆਪਾਂ। ਮੈਂ ਦੱਸਣਾ ਚਾਹਣਾ ਇਹਦੇ ਵਿੱਚ ਪਹਿਲੇ ਨੰਬਰ ਤੇ ਇਕਲੇਸੀਆ ਦੇ ਵਿੱਚ, ਚਰਚ ਦੇ ਵਿੱਚ ਜਾਣਾ ਕਾਹਤੋਂ ਜ਼ਰੂਰੀ ਆ, ਕਿਉਂਕਿ ਜਦੋਂ ਆਪਾਂ ਇਕਲੇਸੀਆ ਵਿੱਚ ਜਾਂਦੇ ਹਾਂ, ਜਦੋਂ ਆਪਾਂ ਚਰਚ ਵਿੱਚ ਜਾਂਦੇ ਹਾਂ, ਉੱਥੇ ਪਰਮੇਸ਼ਵਰ ਦਾ ਰੂਹ ਜੁੰਬਿਸ਼ ਕਰ ਰਿਹਾ ਹੁੰਦਾ ਆ। ਤੇ ਜਿਹੜੇ ਵਚਨ ਪ੍ਰਚਾਰ ਕੀਤੇ ਜਾਂਦੇ ਨੇ, ਜਿਹੜੀ ਪ੍ਰੀਚਿੰਗ ਕੀਤੀ ਜਾਂਦੀ ਹੈ, ਜਿਹੜੀ ਟੀਚਿੰਗ ਕੀਤੀ ਜਾਂਦੀ ਆ, ਉਹ ਪ੍ਰੀਚਿੰਗ, ਉਹ ਟੀਚਿੰਗ ਜਦੋਂ ਆਪਣੇ ਉੱਤੇ ਉਤਰਦੀ ਆ, ਪ੍ਰਭੂ ਦੇ ਪਰੋਂ ਉੱਥੇ ਇਕਲੇਸੀਆ ਦੇ ਵਿੱਚ ਪਰਮੇਸ਼ਰ ਆਪਣੇ ਮਨ ਖੋਲ ਦਿੰਦਾ ਆ, ਪਰਮੇਸ਼ਰ ਆਪਣਾ ਦਿਲ ਖੋਲ ਦਿੰਦਾ ਆ। ਸੋ ਜਾਣੀ ਕਿ ਜਿਹੜੀ ਵੱਡੀ ਰੈਵਲੇਸ਼ਨ ਆਉਂਦੀ ਆ, ਜਿਹੜੀ ਵੱਡੀ ਇਲੂਮੀਨੇਸ਼ਨ ਆਉਂਦੀ ਆ, ਉਹ ਇਕਲੇਸੀਆ ਦੇ ਵਿੱਚ ਆਉਂਦੀ ਆ, ਉਹ ਬੋਡੀ ਆਫ ਕ੍ਰਾਈਸਟ ਦੇ ਨਾਲ ਮਿਲ ਕੇ ਆਉਂਦੀ ਆ। ਜਿੱਥੇ ਪਰਮੇਸ਼ਰ ਦੇ ਲੋਕਾਂ ਦੇ ਨਾਲ ਮਿਲ ਕੇ ਇਬਾਦਤ ਕਰਾਂਗੇ ਤੇ ਪਰਮੇਸ਼ਰ ਦਾ ਵਚਨ ਸੁਣਾਂਗੇ, ਉਹ ਪਰਮੇਸ਼ਰ ਨੇ ਉਸ ਜਗ੍ਹਾ ਤੇ ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ, ਉਹਨਾਂ ਦੇ ਮਨ ਖੋਲ ਦਿੱਤੇ, ਉਹਨਾਂ ਦੇ ਦਿਲ ਖੋਲ ਦਿੱਤੇ, ਜਿੱਦਾਂ ਇਸ ਜਗ੍ਹਾ ਦੇ ਵਿੱਚ ਹੋਇਆ ਸੀਗਾ। ਉਹ ਪੜਾਂਗੇ ਆਪਾਂ ਪ੍ਰਭੂ ਦੇ ਪਰੋਂ ਸੰਤ ਲੂਕਾਸ 24ਵਾਂ ਚੈਪਟਰ ਤੇ ਵਰਸ 45 ਦੇਖਾਂਗੇ ਪੰਜਾਬੀ ਚ। ਜੀ ਹਾਂ, ਲੂਕ 24:45। ਫਿਰ ਯਿਸੂ ਨੇ ਚੇਲਿਆਂ ਦੀ ਬੁੱਧੀ ਖੋਲ ਦਿੱਤੀ ਕਿ ਉਹ ਧਰਮ ਗ੍ਰੰਥ ਨੂੰ ਸਮਝ ਸਕਣ। ਸਕ੍ਰਿਪਚਰਸ ਖੁੱਲ ਗਏ, ਪਰਮੇਸ਼ਰ ਦਾ ਵਚਨ ਖੁੱਲ ਜਾਂਦਾ ਆ ਜਦੋਂ ਆਪਾਂ ਇਕੱਠੇ ਮਿਲ ਕੇ ਪਰਮੇਸ਼ਰ ਦੀ ਇਬਾਦਤ ਕਰਦੇ ਹੈਗੇ। ਬਹੁਤ ਵੱਡੀ ਬਰਕਤ ਆਉਂਦੀ ਹੈ ਪ੍ਰਭੂ ਦੇ ਪਰੋਂ, ਬਹੁਤ ਜ਼ਿਆਦਾ ਇਲੂਮੀਨੇਸ਼ਨ, ਬਹੁਤ ਜ਼ਿਆਦਾ ਰੈਵਲੇਸ਼ਨ ਆਉਂਦੀ ਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਚਰਚ ਜੇ ਦੇਖਿਆ ਜਾਵੇ, ਆਪਾਂ ਕੱਤ ਜਾਂਦੇ ਹਾਂ ਚਰਚ ਵਿੱਚ, ਆਪਾਂ ਪਰਮੇਸ਼ਰ ਨੂੰ ਮਿਲ ਨਹੀਂ ਜਾਂਦੇ, ਪਰਮੇਸ਼ਰ ਆਪਣੇ ਨਾਲ ਆ। ਚਰਚ ਵਿੱਚ ਜਾਂਦੇ ਹਾਂ ਕਿਉਂ? ਪਰਮੇਸ਼ਰ ਦੇ ਬਾਰੇ ਸਿੱਖਣ ਦੇ ਵਾਸਤੇ ਜਾਂਦੇ ਹਾਂ, ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਜਾਂਦੇ ਹਾਂ, ਉਹਦੀ ਮਹਿਮਾ ਗਾਉਣ ਦੇ ਵਾਸਤੇ ਜਾਂਦੇ ਹਾਂ, ਇਕੱਠੇ ਮਿਲ ਕੇ ਫੈਲੋਸ਼ਿਪ ਕਰਨ ਦੇ ਵਿੱਚ ਪਰਮੇਸ਼ਰ ਦਾ ਵਚਨ ਕਹਿੰਦਾ ਆ ਐਜ਼ ਏ ਬੋਡੀ ਆਫ ਕ੍ਰਾਈਸਟ ਸਾਰੇ ਮਿਲ ਕੇ ਪਰਮੇਸ਼ਰ ਦੀ ਇਬਾਦਤ ਕਰਦੇ ਹਾਂ ਤਾਂ ਜਾਂਦੇ ਹਾਂ। ਸੋ ਪ੍ਰਭੂ ਦੇ ਬਣੋ, ਪਰਮੇਸ਼ਰ ਤੁਹਾਡੀ ਅੱਖਾਂ ਖੋਲ ਦੇਗਾ, ਪਰਮੇਸ਼ਰ ਤੁਹਾਡਾ ਦਿਲ ਖੋਲ ਦੇਗਾ, ਪਰਮੇਸ਼ਰ ਤੁਹਾਡਾ ਮਨ ਖੋਲ ਦੇਗਾ, ਪਰਮੇਸ਼ਰ ਆਪਣੀ ਰੈਵਲੇਸ਼ਨ ਤੇ ਆਪਣਾ ਗਿਆਨ ਤੁਹਾਡੀ ਜ਼ਿੰਦਗੀ ਤੇ ਭੇਜੇਗਾ ਜਦੋਂ ਤੁਸੀਂ ਚਰਚ ਵਿੱਚ ਆਉਂਦੇ ਹੋ ਪਰਮੇਸ਼ਰ ਦੀ ਇਬਾਦਤ ਕਰਨ ਦੇ ਵਾਸਤੇ। ਆਮੇਨ। ਇਹ ਤਾਂ ਸੀ ਆਪਣਾ ਪਹਿਲਾ ਕਾਰਨ ਪ੍ਰਭੂ ਦੇ ਬਣੋ, ਫਸਟ ਰੀਜ਼ਨ ਆਪਾਂ ਦੇਖਿਆ ਕਿਉਂ ਜ਼ਰੂਰੀ ਆ ਇਕਲੇਸੀਆ ਵਿੱਚ ਆਉਣਾ, ਸੰਗਤੀ ਕਰਨੀ। ਦੂਜੇ ਨੰਬਰ ਤੇ ਦੇਖਾਂਗੇ ਪ੍ਰਭੂ ਦੇ ਬਣੋ, ਆਪਾਂ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ, ਇਬਰਾਨੀਆਂ ਚ ਜਾਵਾਂਗੇ। ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਜਦੋਂ ਆਪਾਂ ਚਰਚ ਵਿੱਚ ਜਾਂਦੇ ਆ, ਇਕਲੇਸੀਆ ਦੇ ਵਿੱਚ ਜਾਂਦੇ ਆ, ਉਸ ਜਗ੍ਹਾ ਤੇ ਲੋਕ ਆਪਾਂ ਨੂੰ ਇਨਕਰੇਜ ਕਰਨਗੇ, ਉਸ ਜਗ੍ਹਾ ਤੇ ਰੱਬ ਦਾ ਪਿਆਰ ਆਪਣੇ ਤੱਕ ਪਹੁੰਚੇਗਾ, ਰੱਬ ਦੀ ਇਨਕਰੇਜਮੈਂਟ ਆਪਣੇ ਤੱਕ ਪਹੁੰਚੇਗੀ, ਰੱਬ ਦਾ ਦਲਾਸਾ ਆਪਣੇ ਤੱਕ ਪਹੁੰਚੇਗਾ, ਰੱਬ ਦੀ ਦਿਲੇਰੀ ਆਪਣੇ ਤੱਕ ਪਹੁੰਚੇਗੀ। ਉਹਨਾਂ ਦੀਆਂ ਜੱਫੀਆਂ ਕਾਰਨ, ਉਹਨਾਂ ਦੀਆਂ ਪ੍ਰੇਰਾਂ ਕਾਰਨ, ਉਹਨਾਂ ਦੇ ਹੱਸਣਾ ਕਾਰਨ, ਉਹਨਾਂ ਦੀਆਂ ਰੋ ਕੇ ਪ੍ਰਾਰਥਨਾ ਕਰਨ ਦੇ ਕਾਰਨ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਕੰਮ ਕਰੇਗਾ ਤੇ ਆਪਾਂ ਇਨਕਰੇਜ ਹੋਵਾਂਗੇ। ਪ੍ਰਭੂ ਦੇ ਬਣੋ, ਆਪਾਂ ਇੱਕ ਇਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਚਾਰੋਂ ਪਾਸੇ ਡਿਸਕਰੇਜਮੈਂਟ ਚੱਲਦੀ ਹੈ। ਕੰਮ ਤੇ ਵੀ ਆਓ ਡਿਸਕਰੇਜਮੈਂਟ, ਕੰਮ ਤੇ ਜਾਓ ਸਟ੍ਰੈਸ, ਘਰੇ ਜਾਓ ਸਟ੍ਰੈਸ, ਬੱਚਿਆਂ ਨਾਲ ਸਟ੍ਰੈਸ, ਹਸਬੈਂਡ ਵਾਈਫ ਨਾਲ ਸਟ੍ਰੈਸ, ਪੇਰੈਂਟਸ ਨਾਲ ਸਟ੍ਰੈਸ, ਮਾਂ ਬਾਪ ਨਾਲ ਸਟ੍ਰੈਸ, ਪੋਤੇ ਪੋਤੀਆਂ ਨਾਲ ਸਟ੍ਰੈਸ, ਕੰਮ ਇੱਧਰ ਕੰਮ ਉੱਧਰ, ਬਿੱਲ ਪੇ ਕਰਨੇ, ਆਹ ਕਰਨਾ ਉਹ ਕਰਨਾ। ਦੁਨੀਆ ਦੇ ਵਿੱਚ ਕੋਈ ਐਸੀ ਥਾਂ ਨਹੀਂ ਗੀ ਜਿੱਥੇ ਤੁਹਾਨੂੰ ਇਨਕਰੇਜਮੈਂਟ ਮਿਲ ਸਕੇ। ਇਕਲੇਸੀਆ ਇੱਕ ਐਸੀ ਥਾਂ ਹੈ। ਪ੍ਰਭੂ ਯਿਸੂ ਮਸੀਹ ਦਾ ਸਰੀਰ ਜਿਹੜਾ ਆ ਉਹ ਪਰਮੇਸ਼ਰ ਦੀ ਰੂਹ ਦੇ ਨਾਲ ਭਰਿਆ ਹੋਇਆ। ਜਦੋਂ ਇਕਲੇਸੀਆ ਦੇ ਵਿੱਚ ਆਉਂਦੇ ਹੋ, ਮੈਂ 100% ਸ਼ੋਰ ਆ ਕਿ ਤੁਸੀਂ ਇਨਕਰੇਜ ਹੋ ਕੇ ਜਾਂਦੇ ਹੋ, ਤੁਸੀਂ ਦਲੇਰੀ ਪਾ ਕੇ ਜਾਂਦੇ ਹੋ, ਤੁਸੀਂ ਸ਼ਾਂਤੀ ਪਾ ਕੇ ਜਾਂਦੇ ਹੋ, ਤੁਸੀਂ ਆਪਣੀ ਪਰਮੇਸ਼ਰ ਦੀ ਰੂਹਾਨੀ ਬਰਕਤ ਪਾ ਕੇ ਜਾਂਦੇ ਹੈਗੇ।
ਆਓ ਪੜਾਂਗੇ ਪ੍ਰਭੂ ਦੇ ਵਚਨ ਵਿੱਚੋਂ ਅਬਰਾਨੀਆਂ ਦਾ 10ਵਾਂ ਚੈਪਟਰ ਦੇਖਾਂਗੇ, ਉਹਦਾ ਵਰਸ 24ਵਾਂ ਪੜਾਂਗੇ ਪੰਜਾਬੀ ਦੇ ਵਿੱਚ, ਹੀਬਰੂ 10:24। ਜੀ ਹਾਂ। ਇਬਰਾਨੀਆਂ 10:24। ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਅਤੇ ਭਲੇ ਕੰਮ ਕਰਨ ਦੇ ਲਈ ਕਿਸ ਤਰ੍ਹਾਂ ਉਤਸ਼ਾਹ ਦੇਈਏ। ਸੋ ਇੰਗਲਿਸ਼ ਦੇ ਵਿੱਚ ਲਿਖਿਆ ਆ, in order to receive a comfort, in order to receive an encouragement, amen। ਸੋ ਜਾਨੀ ਕਿ ਚਰਚ ਦੇ ਵਿੱਚ ਆਪਾਂ ਨੂੰ ਕੰਫਰਟ ਮਿਲਦਾ ਆ, ਭੈਣ ਭਰਾ ਆਪਾਂ ਨੂੰ ਕੰਫਰਟ ਦਿੰਦੇ ਨੇ, ਭੈਣ ਭਰਾ ਆਪਾਂ ਨੂੰ ਦਿਲਾਸਾ ਦਿੰਦੇ ਨੇ, ਭੈਣ ਭਰਾ ਆਪਾਂ ਨੂੰ ਦਲੇਰੀ ਦਿੰਦੇ ਨੇ, ਉਹ ਆਪਣੇ ਨਾਲ ਖੜਦੇ ਨੇ, ਉਹ ਰੂਹਾਨੀ ਤੌਰ ਤੇ ਆਪਣੇ ਨਾਲ ਖੜਦੇ ਨੇ, ਉਹ ਰੂਹਾਨੀ ਤੌਰ ਤੇ ਆਪਣੇ ਲਈ ਪ੍ਰਾਰਥਨਾਵਾਂ ਕਰਦੇ ਆ, ਆਮੀਨ। ਆਪਾਂ ਸਾਰੇ ਮਿਲ ਕੇ ਇੱਕ ਪਰਿਵਾਰ ਬਣ ਜਾਂਦੇ ਆ, ਉਸ ਪਰਿਵਾਰ ਦੇ ਉੱਤੇ ਜਿਹੜਾ ਮਸਾ ਹੈ, ਜਿਹੜੀ ਪ੍ਰੋਟੈਕਸ਼ਨ ਆ, ਜਿਹੜੀ ਅਥਾਰਟੀ ਆ, ਉਹਦੀ ਅੰਬਰੇਲਾ ਥੱਲੇ ਆ ਜਾਂਦੀ ਹੈ। ਆਪਣੇ ਉੱਤੇ ਕੈਸੀ ਅੰਬਰੇਲਾ ਛਾਈ ਹੋਈ ਆ ਪ੍ਰਭੂ ਦੇ ਪੈਰੋਂ, ਜਿਹੜੀ ਅੰਬਰੇਲਾ ਦੇ ਉੱਤੇ ਪਰਮੇਸ਼ਰ ਦਾ ਮਸਾ, ਪਰਮੇਸ਼ਰ ਦੀ ਅਥਾਰਟੀ, ਪਰਮੇਸ਼ਰ ਦੀ ਅਨੋਇੰਟਿੰਗ ਛਾਈ ਹੋਈ ਆ, ਤੇ ਉਹ ਅੰਬਰੇਲਾ ਤੁਹਾਨੂੰ ਪ੍ਰੋਟੈਕਟ ਕਰੇਗੀ, ਤੁਹਾਨੂੰ ਦਿਲਾਸਾ ਦੇਵੇਗੀ, ਤੁਹਾਨੂੰ ਦਲੇਰੀ ਦੇਵੇਗੀ, ਤੁਹਾਨੂੰ ਪਰਮੇਸ਼ਰ ਦਾ ਪਿਆਰ ਤੁਸੀਂ ਮਹਿਸੂਸ ਕਰੋਗੇ, ਰੱਬ ਦਾ ਕੰਫਰਟ ਮਹਿਸੂਸ ਕਰੋਗੇ, ਰੱਬ ਦੀ ਇਨਕਰੇਜਮੈਂਟ ਮਹਿਸੂਸ ਕਰੋਗੇ। ਮੈਂ 100% ਸ਼ੋਰ ਹਾਂ ਕਿ ਹਰ ਭੈਣ ਭਰਾ ਜਿਹਨੂੰ ਚਰਚ ਵਿੱਚ ਆਉਂਦਾ ਆ, ਮੈਨੂੰ 100% ਗਰੰਟੀ ਆ ਕਿ ਤੁਸੀਂ ਉਹਨੂੰ ਚਰਚ ਚੋਂ ਨਿਕਲਦੇ ਹੋ, ਤੁਸੀਂ ਬਦਲ ਕੇ ਨਿਕਲਦੇ ਹੋ, ਤੁਸੀਂ ਤਬਦੀਲੀ ਪਾ ਕੇ ਨਿਕਲਦੇ ਹੋ, ਤੁਸੀਂ ਇਨਕਰੇਜ ਹੋ ਕੇ ਨਿਕਲਦੇ ਹੋ, ਤੁਸੀਂ ਤੰਦਰੁਸਤੀ ਪ੍ਰਾਪਤ ਕਰਕੇ ਨਿਕਲਦੇ ਹੋ, ਤੁਸੀਂ ਆਪਣੇ ਦਿਲਾਂ ਵਿੱਚ ਰੱਬ ਦਾ ਛੁਪ ਪ੍ਰਾਪਤ ਕਰਕੇ ਨਿਕਲਦੇ ਹੋ, ਆਮੀਨ। ਚਰਚ ਬਹੁਤ ਬੜੀ ਪ੍ਰਭੂ ਦੇ ਪੈਰੋਂ ਬਰਕਤ ਆ ਆਪਣੇ ਸਾਰੇ ਦੇ ਵਾਸਤੇ। ਇਸ ਦੁਨੀਆ ਦੇ ਵਿੱਚ ਜੇ ਹੈ ਕੋਈ ਤੈਨੂੰ ਦਿਲਾਸਾ ਦੇਣ ਵਾਲਾ, ਉਹ ਹੈ ਚਰਚ। ਇਸ ਦੁਨੀਆ ਦੇ ਵਿੱਚ ਜੇ ਹੈ ਕੋਈ ਤੁਹਾਡੇ ਲਈ ਪ੍ਰਾਰਥਨਾ ਕਰਨ ਵਾਲਾ, ਤੁਹਾਨੂੰ ਇਨਕਰੇਜ ਕਰਨ ਵਾਸਤੇ, ਉਹ ਹੈ ਬੋਡੀ ਆਫ ਕ੍ਰਾਈਸਟ। ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਉਹਨਾਂ ਨਾਲ ਉੱਠਣਾ ਬੈਠਣਾ ਬੰਦ ਨਾ ਕਰੋ, ਮਿਲਣਾ ਬੰਦ ਨਾ ਕਰੋ, ਫੈਲੋਸ਼ਿਪ ਬੰਦ ਨਾ ਕਰੋ, ਕਿਉਂਕਿ ਇਸ ਫੈਲੋਸ਼ਿਪ ਦੇ ਵਿੱਚ ਥਾਈਂਦੀ ਤੁਹਾਡੇ ਤੋਂ ਬਹੁਤ ਵੱਡੀ ਬਰਕਤ ਆ। ਹਰ ਉਹ ਇਨਸਾਨ ਜਿਹੜਾ ਹੈ ਫੈਲੋਸ਼ਿਪ ਦੇ ਵਿੱਚ ਹਿੱਸਾ ਪਾਉਂਦਾ ਆ, ਉਹ ਕਦੇ ਡਿਸਕਰੇਜ ਨਹੀਂ ਹੋਏਗਾ। ਸ਼ੈਤਾਨ ਦੀ ਕੋਸ਼ਿਸ਼ ਹੈਗੀ ਹੈ ਡਿਸਕਰੇਜ ਕਰਨਾ, ਸ਼ੈਤਾਨ ਦੀ ਕੋਸ਼ਿਸ਼ ਹੈਗੀ ਆ ਫੈਲੋਸ਼ਿਪ ਨੂੰ ਤੋੜਨਾ, ਕੱਟ ਕਰਨਾ, ਮਿਸਅੰਡਰਸਟੈਂਡਿੰਗ ਪਾ ਦੇਣਾ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਜਾਂ ਇਹ ਹੋਇਆ ਉਹ ਹੋਇਆ, ਤਾਂ ਕਿ ਤੁਸੀਂ ਪ੍ਰਭੂ ਦੀ ਕਲੀਸਿਆ 'ਚ ਨਾ ਆ ਸਕੋ, ਚਰਚ ਵਿੱਚ ਨਾ ਆ ਸਕੋ, ਤਾਂ ਕਿ ਤੁਸੀਂ ਇਨਕਰੇਜਮੈਂਟ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਯੂਜ਼ ਨਾ ਕਰਦੇ। ਉਹ ਯਾਦ ਹੈ ਤੁਹਾਨੂੰ ਕਿ ਪਰਮੇਸ਼ਰ ਇੱਕੋ ਹੀ ਤਰੀਕੇ ਦੇ ਨਾਲ ਇਨਸਾਨ ਨੂੰ ਯੂਜ਼ ਕਰਦਾ। ਜੇ ਤੁਹਾਡੀ ਜ਼ਿੰਦਗੀ ਸ਼ਾਂਤੀ ਦੇ ਨਾਲ ਤੇ ਖੁਸ਼ੀ ਨਾਲ, ਯਾਨੀ ਕਿ ਇਨਕਰੇਜਮੈਂਟ ਨਾਲ ਭਰੀ ਹੋਈ ਆ, ਰੱਬ ਤੁਹਾਨੂੰ ਯੂਜ਼ ਕਰੂਗਾ। ਜੇ ਸ਼ਾਂਤੀ ਗਈ, ਇਨਕਰੇਜਮੈਂਟ ਗਈ, ਤੁਹਾਡੇ 'ਚ ਡਿਸਕਰੇਜਮੈਂਟ ਆ ਗਈ, ਤੁਸੀਂ ਡਿਸਕਰੇਜਮੈਂਟ ਦੇ ਵਿੱਚ ਪਰਮੇਸ਼ਰ ਦੀ ਸੇਵਾ ਨਹੀਂ ਕਰ ਸਕਦੇ। ਆਮੀਨ। ਦ ਜੋਏ ਆਫ ਦ ਲਾਰਡ ਇਜ਼ ਮਾਈ ਸਟਰੈਂਥ। ਇਹੀ ਜੋਏ ਇਕਲੀਸਿਆ ਦੇ ਵਿੱਚ ਆਪਾਂ ਨੂੰ ਮਿਲਦਾ ਹੈਗਾ। ਆਮੀਨ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ। ਆਓ ਦੇਖੀਏ ਪ੍ਰਭੂ ਦੇ ਬਾਰੇ ਤੀਸਰੇ ਨੰਬਰ ਤੇ ਦੇਖਾਂਗੇ ਆਪਾਂ। ਬੜਾ ਫੇਮਸ ਵਰਸ ਹੈਗਾ, ਸਾਰੇ ਜਾਣਦੇ ਹੈਗੇ ਨੇ, ਰੋਮਨ ਚੈਪਟਰ 10 ਵਰਸ 17 ਲਿਖਿਆ ਹੈ ਕਿ ਫੇਥ ਕਮਸ ਬਾਈ ਹੀਅਰਿੰਗ ਐਂਡ ਹੀਅਰਿੰਗ ਦ ਵਰਡ ਆਫ ਦ ਲਾਰਡ। ਜਿਹੜਾ ਈਮਾਨ ਹੈ ਉਹ ਸੁਣਨ ਨਾਲ ਆਉਂਦਾ ਆ, ਸੁਣਨ ਨਾਲ ਆਉਂਦਾ ਆ। ਈਮਾਨ ਜਿਹੜਾ ਹੈ ਉਹ ਪਰਮੇਸ਼ਰ ਦੇ ਵਚਨ ਨੂੰ ਸੁਣਨ ਨਾਲ ਆਉਂਦਾ ਆ, ਆਮੀਨ। ਤੇ ਸੁਣਨਾ ਪਰਮੇਸ਼ਰ ਦੇ ਵਚਨ ਥਾਈਂਦੀ। ਸੋ ਜਾਣੀ ਕਿ ਆਪਾਂ ਜਦੋਂ ਕਲੀਸਿਆ ਵਿੱਚ ਜਾਂਦੇ ਆ, ਉੱਥੇ ਵਚਨ ਪ੍ਰਚਾਰ ਕੀਤਾ ਜਾਂਦਾ ਆ, ਪ੍ਰੀਚਿੰਗਸ ਹੁੰਦੀਆਂ ਨੇ, ਸਰਮਨਸ ਹੁੰਦੇ ਨੇ, ਟੀਚਿੰਗਸ ਹੁੰਦੀਆਂ ਨੇ, ਉੱਥੇ ਪ੍ਰੋਫੈਟਿਕ ਗੱਲਾਂ ਹੁੰਦੀਆਂ ਨੇ, ਪ੍ਰੋਫੈਸੀਸ ਹੁੰਦੀਆਂ ਨੇ, ਵਿਜ਼ਡਮ ਵਾਲੀਆਂ ਗੱਲਾਂ ਹੁੰਦੀਆਂ ਨੇ, ਡਿਸਰਨਮੈਂਟ ਵਾਲੀਆਂ ਗੱਲਾਂ ਹੁੰਦੀਆਂ ਨੇ। ਜਦੋਂ ਇਹ ਸਾਰਾ ਕੁਝ ਆਪਾਂ ਸੁਣਦੇ ਆ, ਉਹਦੇ ਨਾਲ ਆਪਣੇ ਵਿੱਚ ਈਮਾਨ ਪੈਦਾ ਹੁੰਦਾ, ਆਪਣਾ ਈਮਾਨ ਗਰੋ ਹੁੰਦਾ। ਪ੍ਰਭੂ ਦੇ ਕੋਲ ਫੇਥ ਕਮਸ ਬਾਈ ਹੀਅਰਿੰਗ, ਆਪਾਂ ਸੁਣਦੇ ਆ, ਉਹਦੇ ਨਾਲ ਸਾਡਾ ਈਮਾਨ, ਇਹੀ ਈਮਾਨ ਆ, ਇਹੀ ਈਮਾਨ ਆ ਜਿਹਦੇ ਨਾਲ ਪਰਮੇਸ਼ਰ ਦੀ ਹਰ ਇੱਕ ਬਰਕਤ ਤੁਹਾਡੇ ਉੱਤੇ, ਤੁਹਾਡੇ ਪਰਿਵਾਰ ਤੇ ਖੁੱਲ੍ਹਣੀ ਆ। ਇਹੀ ਈਮਾਨ ਆ ਜਿਹਦੇ ਨਾਲ ਤੁਸੀਂ ਕੰਧਾਂ ਸਿਰ ਸਕੋਗੇ, ਜੰਜੀਰਾਂ ਤੋੜ ਸਕੋਗੇ, ਤੇ ਵੱਡੇ ਵੱਡੇ ਗੋਲੀਆਟ ਜਿਹੜੇ ਨੇ ਥੱਲੇ ਉਤਾਰ ਸਕੋਗੇ ਉਹਨਾਂ ਨੂੰ, ਆਮੀਨ। ਵੱਡੇ ਵੱਡੇ ਪਹਾੜਾਂ ਨੂੰ ਸਮੁੰਦਰਾਂ 'ਚ ਭੇਜ ਸਕੋਗੇ। ਕਿਹਦੇ ਨਾਲ? ਈਮਾਨ ਦੇ ਨਾਲ, ਫੇਥ ਦੇ ਨਾਲ। ਜਿੰਨੇ ਵੀ ਹੀਲਿੰਗਸ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੀਆਂ ਸੀ ਨਾ, ਆਹੀ ਕਿਹਾ ਸੀ ਕਿ ਧੀਏ ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ, ਪੁੱਤ ਤੇਰੇ ਫੇਥ ਨੇ ਤੈਨੂੰ ਚੰਗਾ ਕੀਤਾ। ਇਹੀ ਈਮਾਨ ਆ, ਇਹੀ ਫੇਥ ਆ ਜਿਹਦੀ ਤਾਂ ਦੀ ਤੁਸੀਂ ਰੱਬ ਦੀਆਂ ਸਾਰੀਆਂ ਬਰਕਤਾਂ ਆਪਣੇ ਲਈ ਲਓਗੇ, ਸਾਰੀਆਂ ਬਰਕਤਾਂ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਦੇ ਲਈ ਲਓਗੇ। ਇਹ ਜ਼ਰੂਰੀ ਆ ਕਿ ਤੁਸੀਂ ਫੇਥ ਵਿੱਚ ਵੱਧਦੇ ਰਹੋ, ਤੇ ਇਹੀ ਆਪਣਾ ਕਾਰਨ ਹੈ ਤੀਸਰੇ ਨੰਬਰ ਤੇ ਪ੍ਰਾਪਤ ਬਣਾਓ। ਆਪਾਂ ਦੇਖਿਆ, in order to feed and exercise our faith we have to be connected with the church, amen। ਇਕਲੀਸਿਆ ਦੇ ਨਾਲ ਜੁੜਨਾ ਹੈ, ਕਿਉਂਕਿ ਉੱਥੇ ਆਪਾਂ ਇਹ ਈਮਾਨ ਦੀ ਐਕਸਰਸਾਈਜ਼ ਕਰਦੇ ਆ, ਇਹ ਈਮਾਨ ਨੂੰ ਐਕਸ਼ਨ ਵਿੱਚ ਲਿਆਉਂਦੇ ਆ, ਇਸ ਈਮਾਨ ਨੂੰ ਪ੍ਰੈਕਟਿਸ ਕਰਦੇ ਹੈਗੇ ਬਰਾਬਰ ਬਣੋ ਇੱਕ ਦੂਸਰੇ ਦੇ ਨਾਲ ਮਿਲ ਕੇ, ਤੇ ਆਪਣਾ ਈਮਾਨ ਜਿਹੜਾ ਹੈਗਾ ਹੈ ਵੱਧਦਾ ਆ। ਤੇ ਜਦੋਂ ਈਮਾਨ ਵੱਧਦਾ ਆ, ਇਹੀ ਈਮਾਨ ਦੇ ਨਾਲ ਆਪਾਂ ਘਰ ਵਾਸਤੇ, ਬੱਚਿਆਂ ਵਾਸਤੇ, ਆਪਣੇ ਫਾਈਨੈਂਸਿਸ ਵਾਸਤੇ ਬਹੁਤ ਵੱਡੀ ਬਰਕਤ ਬਣਾਂਗੇ, ਆਮੀਨ। ਕਿਉਂਕਿ ਈਮਾਨ ਦੇ ਨਾਲ ਤੁਸੀਂ ਪਹਾੜ ਵੀ ਹਿਲਾ ਸਕਦੇ ਹੋ, ਆਮੀਨ। ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕ ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦੇ ਨੇ। ਪ੍ਰਭੂ ਦਾ ਵਚਨ ਕਹਿੰਦਾ ਆ ਕਿ ਈਮਾਨ ਤੋਂ ਬਿਨਾਂ ਕੋਈ ਵੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ।
ਆਮੇਨ। ਤਾਂ ਕਿ ਜੋ ਕੁਝ ਵੀ ਕੀਤਾ ਜਾਵੇ ਈਮਾਨ ਨਾਲ ਕੀਤਾ ਜਾਵੇ, ਕਿਉਂਕਿ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਲੇਕਿਨ ਜੇ ਈਮਾਨ ਵਧਿਆ ਹੀ ਨਹੀਂ ਹੋਇਆ ਆਪਣੇ ਵਿੱਚ, ਈਮਾਨ ਹੈ ਹੀ ਨਹੀਂਗਾ ਆਪਣੇ ਵਿੱਚ, ਤਾਂ ਫਿਰ ਕਰਾਂਗੇ ਕੀ? ਰੂਹਾਨੀ ਤੋਰ ਜਿਹੜੀ ਆਪਣੀਆਂ ਸਪਿਰਿਚੁਅਲੀ ਤੁਰਨਾ ਜਿਹੜਾ ਉਹ ਕਿੱਦਾਂ ਤੁਰਾਂਗੇ ਸਪਿਰਿਚੁਅਲੀ ਆਪਾਂ? ਫੇਥ ਹੀ ਹੈ ਨਹੀਂ ਆਪਣੀ। ਤਾਂ ਹੀ ਬਹੁਤ ਜ਼ਰੂਰੀ ਹੈ ਪ੍ਰਭੂ ਦੇ ਪੜਾਓ ਫੈਲੋਸ਼ਿਪ ਕਰਨੀ, ਕਿਉਂਕਿ ਫੈਲੋਸ਼ਿਪ ਥਾਈਂਦੀ ਇਹ ਈਮਾਨ ਜਿਹੜਾ ਹੈ ਵੱਧਦਾ ਆ ਤੇ ਪਰਮੇਸ਼ਰ ਆਪਾਂ ਨੂੰ ਆਸ਼ੀਰਵਾਦ ਦਿੰਦਾ ਹੈਗਾ। ਇਹ ਤਾਂ ਸੀਗਾ ਤੀਸਰੇ ਨੰਬਰ ਤੇ ਆਪਾਂ ਦੇਖਿਆ। ਚੌਥੇ ਨੰਬਰ ਤੇ ਦੇਖਾਂਗੇ ਪ੍ਰਭੂ ਦੇ ਪੜਾਓ। ਚੌਥੇ ਨੰਬਰ ਤੇ ਜੇ ਤੁਸੀਂ ਮੇਨਟੇਨ ਕਰਨਾ ਚਾਹੁੰਦੇ ਹੋ ਆਪਣੀ ਸਪਿਰਿਚੁਅਲ ਫਰਵਰ ਨੂੰ, ਸਪਿਰਿਚੁਅਲ ਇੰਥੂਸੀਆਜ਼ਮ ਨੂੰ, ਸਪਿਰਿਚੁਅਲੀ ਜੇ ਤੁਸੀਂ ਆਪਣੇ ਆਪ ਨੂੰ ਰੱਬ ਦੀ ਰੂਹ ਤੇ ਕੀ ਕਹਾਂਗੇ ਆਪਾਂ, ਸਪਿਰਿਚੁਅਲੀ ਜੇ ਤੁਸੀਂ ਆਪਣੇ ਆਪ ਨੂੰ ਜਲਦਾ ਰੱਖਣਾ ਚਾਹੁੰਦੇ ਹੋ, ਔਨ ਫਾਇਰ ਰੱਖਣਾ ਚਾਹੁੰਦੇ ਹੋ ਸਪਿਰਿਚੁਅਲੀ, ਰੂਹਾਨੀ ਤੌਰ ਤੇ ਜੇ ਤੁਸੀਂ ਆਪਣੇ ਆਪ ਨੂੰ ਕਹਿ ਲਓ ਕਿ ਬਲਦਾ ਰੱਖਣਾ ਚਾਹੁੰਦੇ ਹੋ, ਤਾਂ ਬਹੁਤ ਜ਼ਰੂਰੀ ਹੈ ਕਲੀਸਿਆ ਦੇ ਵਿੱਚ ਆਉਣਾ ਪ੍ਰਭੂ ਦੇ ਪੜੋ। ਕਿਉਂਕਿ ਇਹ ਜਿਹੜਾ ਸਪਿਰਿਚੁਅਲ ਫੇਰਵਰ ਜਿਹੜਾ ਹੈ ਸਪਿਰਿਚੁਅਲ, ਇਹ ਤਦ ਹੀ ਆਉਂਦਾ ਆਪਾਂ ਉੱਤੇ ਜਦੋਂ ਆਪਾਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸੰਗਤੀ ਕਰਦੇ ਹਾਂ। ਕਿਹਾ ਨਹੀਂ ਸੀ ਕਿਸੇ ਨੇ ਇੰਡੀਆ ਦੇ ਵਿੱਚ, ਆਪਣੇ ਦੇਸ਼ਾਂ ਦੇ ਵਿੱਚ, ਇੱਥੇ ਵੀ ਕਹਿੰਦੇ ਹੈਗੇ ਨੇ, ਕਹਿੰਦੇ ਸੀ ਤੂੰ ਮੈਨੂੰ ਦੱਸ ਤੂੰ ਕਿਹਦੇ ਨਾਲ ਚੱਲਦਾ ਆ ਤੇ ਮੈਂ ਤੈਨੂੰ ਦੱਸ ਦੂੰ ਤੂੰ ਕੌਣ ਆ। ਕੁਛ ਇੱਦਾਂ ਕਹਾਵਤ ਸੀ ਕੋਈ ਇੱਕ ਨਾ, ਵੀ ਤੂੰ ਮੈਨੂੰ ਦੱਸ ਕਿਹਦੇ ਨਾਲ ਤੁਰਦਾ ਆ ਤੇ ਮੈਂ ਤੈਨੂੰ ਦੱਸ ਦੂੰ ਤੂੰ ਕੌਣ ਆ। ਸਰ ਜਾਣੀ ਕਿ ਜਦੋਂ ਤੁਸੀਂ ਫੈਲੋਸ਼ਿਪ ਕਰਦੇ ਹੋ, ਤੁਹਾਡਾ ਉੱਠਣਾ ਬੈਠਣਾ ਕਿਹਦੇ ਨਾਲ ਆ, ਤੁਹਾਡੀ ਗੱਲਬਾਤ ਕਰਨਾ ਕਿਹਦੇ ਨਾਲ ਆ, ਜਿਹਦੇ ਨਾਲ ਤੁਸੀਂ ਗੱਲਬਾਤ ਕਰੋ, ਜਿਹਦੇ ਨਾਲ ਤੁਸੀਂ ਉੱਠਦੇ ਬੈਠਦੇ ਹੋ, ਜਿਹਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਜਿਹਦੇ ਨਾਲ ਟੈਕਸਟਿੰਗ ਕਰਦੇ ਹੋ, ਜਿਹਦੇ ਨਾਲ ਫੋਨ ਤੇ ਤੁਸੀਂ ਲੱਗੇ ਹੋਏ ਹੋ, ਉਹਦਾ ਅਸਰ ਤੁਹਾਡੇ ਤੇ ਪਏਗਾ। ਉਹ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਪਰਮੇਸ਼ਰ ਵੱਲੋਂ ਆ ਜਾਂ ਨਹੀਂ। ਹਰ ਉਹ ਰਿਸ਼ਤਾ, ਹਰ ਉਹ ਸੰਬੰਧ, ਕੋਈ ਫਰੈਂਡ ਆ, ਕੋਈ ਦੋਸਤ ਆ, ਤੁਹਾਡੇ ਕੰਮ ਤੇ ਕੋਈ ਦੋਸਤ ਬਣ ਗਿਆ, ਤੁਹਾਡੇ ਕੋਈ ਰਿਸ਼ਤੇਦਾਰਾਂ 'ਚ ਕੋਈ ਤੁਹਾਡਾ ਦੋਸਤ ਬਣ ਗਿਆ, ਉਹ ਰਿਸ਼ਤਾ ਪ੍ਰਭੂ ਵੱਲੋਂ ਹੈ ਜਾਂ ਨਹੀਂ ਕਿੱਦਾਂ ਪਤਾ ਲੱਗੂਗਾ? ਜੇ ਤਾਂ ਤੁਸੀਂ ਵੱਧ ਰਹੇ ਹੋ ਉਸ ਦੇ ਵਿੱਚ, ਜਿਉਂ ਤਾਂ ਤੁਸੀਂ ਪ੍ਰਭੂ ਦੇ ਵਿੱਚ ਵੱਧ ਰਹੇ ਹੋ, ਕੋਈ ਦੋਸਤ ਬਣ ਗਿਆ ਤੁਹਾਡਾ, ਦੋਸਤ ਬਣਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਐਂ ਰੱਬ ਦੇ ਵਿੱਚ ਵਧੀ, ਪੁੱਛੋ ਹੀ ਨਾ ਹੈ। ਤੁਸੀਂ ਪ੍ਰੇਅਰ ਵਿੱਚ ਵੀ ਵਧੇ, ਤੁਸੀਂ ਪਰਮੇਸ਼ਰ ਦੇ ਚਰਨਾਂ 'ਚ ਆਉਣ 'ਚ ਵੀ ਵਧੇ, ਤੁਸੀਂ ਪ੍ਰਭੂ ਦੇ ਸੇਵਾ ਵਿੱਚ ਵੱਧ ਗਏ, ਤੁਸੀਂ ਫਾਸਟਿੰਗ ਪ੍ਰੇਅਰ 'ਚ ਵੱਧ ਗਏ, ਰੱਬ ਦੀ ਰੂਹ ਦੇ ਵਿੱਚ ਵੱਧ ਗਏ। ਕਹਿ ਸਕਦੇ ਹਾਂ ਕਿ ਇਹ ਫਰੈਂਡਸ਼ਿਪ ਜਿਹੜੀ ਆ ਬਹੁਤ ਵੱਡੀ ਬਰਕਤ ਹੈ। ਜਿਉਂ ਤੁਸੀਂ ਉਹਨਾਂ ਨਾਲ ਉੱਠਣਾ ਬੈਠਣਾ ਸ਼ੁਰੂ ਕੀਤਾ, ਤੁਹਾਡੀ ਜ਼ਿੰਦਗੀ ਬਦਲ ਗਈ, ਤੁਹਾਡੇ ਵਿੱਚ ਰਿਵਾਈਵਲ ਆ ਗਈ, ਤੁਹਾਡੇ ਵਿੱਚ ਬੇਦਾਰੀ ਆ ਗਈ। ਆਮੇਨ। ਸੋ ਫੈਲੋਸ਼ਿਪ ਕਰਨੀ ਬਹੁਤ ਜ਼ਰੂਰੀ ਹੈ ਕਲੀਸਿਆ ਦੇ ਨਾਲ ਭਰਾਵਾਂ ਤੇ ਭੈਣਾਂ, ਕਿਉਂਕਿ ਚੰਗੀ ਫੈਲੋਸ਼ਿਪ ਕਰਾਂਗੇ, ਉਹਨਾਂ ਨਾਲ ਫੈਲੋਸ਼ਿਪ ਕਰਾਂਗੇ ਜਿਹੜੇ ਰੂਹ ਦੇ ਵਿੱਚ ਵਧੇ ਹੋਏ ਨੇ, ਅੱਗ ਦੇ ਵਿੱਚ ਵਧੇ ਹੋਏ ਨੇ, ਉਹਦਾ ਅਸਰ ਤੁਹਾਡੇ ਤੇ ਪਏਗਾ। ਤੁਸੀਂ ਵੀ ਰੂਹ 'ਚ ਵਧੋਗੇ, ਤੁਸੀਂ ਵੀ ਅੱਗ ਦੇ ਵਿੱਚ ਵਧੋਗੇ। ਲੇਕਿਨ ਹੁਣ ਕੋਈ ਕਿਸੇ ਬਾਹਰ ਕੋਈ ਐਸੇ ਇਨਸਾਨ ਦੇ ਨਾਲ ਫੈਲੋਸ਼ਿਪ ਕਰਨਾ ਸ਼ੁਰੂ ਕਰ ਦਿਓ ਜਿਹੜਾ ਰੂਹ 'ਚ ਹੈ ਨਹੀਂਗਾ, ਤੁਸੀਂ ਦੇਖੋਗੇ ਜਿਉਂ ਤੁਸੀਂ ਉਹਦੇ ਨਾਲ ਫੈਲੋਸ਼ਿਪ ਕਰੋਗੇ, ਤੁਸੀਂ ਵੀ ਥੱਲੇ ਨੂੰ ਜਾਓਗੇ। ਥੋੜਾ ਦਿਲ ਨਹੀਂ ਕਰਨਾ ਪ੍ਰਭੂ ਦੇ ਵਿੱਚ ਆਉਣ ਨੂੰ, ਥੋੜਾ ਦਿਲ ਨਹੀਂ ਕਰਨਾ ਪ੍ਰੇਅਰ ਕਰਨ ਨੂੰ, ਥੋੜਾ ਦਿਲ ਨਹੀਂ ਕਰਨਾ ਰੱਬ ਦੀ ਦੂਸਰੀਆਂ ਭਾਸ਼ਾਵਾਂ 'ਚ ਦੁਆ ਕਰਨ ਨੂੰ, ਥੋੜਾ ਦਿਲ ਨਹੀਂ ਕਰਨਾ ਪਰਮੇਸ਼ਰ ਦੀ ਸੇਵਾ 'ਚ ਵਧਣ ਨੂੰ। ਕਿਉਂ? ਕਿਉਂਕਿ ਇੱਕ ਫੈਲੋਸ਼ਿਪ ਐਸੀ ਮਿਲ ਗਈ ਤੁਹਾਨੂੰ ਦੁਨੀਆ ਦੀ, ਜਿਹਦੇ ਨਾਲ ਤੁਸੀਂ ਦੁਨੀਆ ਦੀਆਂ ਚੀਜ਼ਾਂ 'ਚ ਪੈ ਗਏ ਹੈਗੇ ਹੋ ਤੇ ਤੁਹਾਨੂੰ ਉਹ ਡਿਸਕਰੇਜ ਕਰ ਦਿੱਤਾ ਗਿਆ ਹੈ ਰੂਹਾਨੀ ਤੌਰ ਤੇ ਤੁਹਾਡੀ ਸਪਿਰਿਚੁਅਲ ਲਾਈਫ ਜਿਹੜੀ ਆ ਉਹਦੇ ਤੇ ਫਰਕ ਪਵੇਗਾ। ਜੇ ਤੁਸੀਂ ਆਪਣੇ ਆਪ ਤੇ ਝਾਤੀ ਮਾਰ ਕੇ ਦੇਖੋ ਜਾਂ ਆਪਣੇ ਆਪ ਦਾ ਚਿਹਰਾ ਤੁਸੀਂ ਦੇਖੋ ਮਿਰਰ ਦੇ ਵਿੱਚ, ਤੇ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਅੱਜ ਕਿੱਦਾਂ ਹੋ, ਕੱਲ ਕਿੱਦਾਂ ਸੀਗੇ। ਲੇਕਿਨ ਆਪਾਂ ਕਿੱਦਾਂ ਹੋਣਾ ਆ? ਆਪਾਂ ਰੂਹ ਦੇ ਵਿੱਚ ਵਧਣਾ ਆ, ਆਪਾਂ ਰੂਹ ਦੇ ਵਿੱਚ ਗਰੋ ਹੋਣਾ ਚਾਹੁੰਦੇ ਹਾਂ, ਅਸੀਂ ਰੂਹ ਦੇ ਵਿੱਚ ਸਟਰੋਂਗ ਹੋਣਾ ਚਾਹੁੰਦੇ ਹਾਂ, ਅਸੀਂ ਮੇਨਟੇਨ ਕਰਨਾ ਚਾਹੁੰਦੇ ਹਾਂ ਆਪਣੇ ਸਪਿਰਿਚੁਅਲ ਫਰਵਰ ਨੂੰ, ਅਸੀਂ ਵਧਾਉਣਾ ਚਾਹੁੰਦੇ ਹਾਂ, ਇਨਕਰੀਜ਼ ਕਰਨਾ ਚਾਹੁੰਦੇ ਹਾਂ। ਉਹਦੇ ਨਾਲ ਫੈਲੋਸ਼ਿਪ ਕਰੋ ਐਸੇ ਲੋਕਾਂ ਦੇ ਨਾਲ ਜਿਹੜੇ ਯਿਸੂ ਨੂੰ ਪਿਆਰ ਕਰਦੇ ਨੇ, ਜਿਹੜੇ ਰੂਹ ਦੇ ਵਿੱਚ ਬਣੇ ਹੋਏ ਨੇ, ਜਿਹੜੇ ਰੂਹ ਦੇ ਵਿੱਚ ਵਧੇ ਹੋਏ ਨੇ, ਜਿਹੜੇ ਪ੍ਰਾਰਥਨਾ ਵਿੱਚ ਵਧੇ ਹੋਏ ਨੇ, ਜਿਹੜੇ 24 ਘੰਟੇ ਵਚਨ ਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਨੇ। ਜਿਉਂ ਤੁਸੀਂ ਉਹਨਾਂ ਨਾਲ ਫੈਲੋਸ਼ਿਪ ਕਰੋਗੇ, ਉੱਠਣਾ ਬੈਠਣਾ ਹੋਵੇਗਾ, ਤੁਹਾਡੀ ਜ਼ਿੰਦਗੀ ਤੇ ਫਰਕ ਪਵੇਗਾ, ਤੁਹਾਡੀ ਸਪਿਰਿਚੁਅਲ ਲਾਈਫ ਤੇ ਫਰਕ ਪਵੇਗਾ। ਤੁਸੀਂ ਆਪਣੀ ਸਪਿਰਿਚੁਅਲ ਲਾਈਫ ਨੂੰ ਮੇਨਟੇਨ ਕਰ ਸਕੋਗੇ, ਤੁਸੀਂ ਆਪਣੀ ਸਪਿਰਿਚੁਅਲ ਫਰਵਰ ਨੂੰ ਵਧਾ ਸਕੋਗੇ। ਪ੍ਰਭੂ ਦਾ ਵਚਨ ਕਹਿੰਦਾ ਹੈ ਉਹ ਬਣਾਂਗੇ ਸੰਤ ਮਤੀ ਉਹਦਾ 24ਵਾਂ ਚੈਪਟਰ ਵਰਸ 12 ਤੇ 13, ਮੈਥਿਊ ਚੈਪਟਰ 24 ਵਰਸ 12 ਐਂਡ 13 ਦੇਖਾਂਗੇ ਪੰਜਾਬੀ ਦੇ ਵਿੱਚ। ਜੀ ਹਾਂ, ਮੱਤੀ 24 ਦਾ 12 ਤੇ 13। ਬੇਨੇਮੀ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ, ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ ਉਹੀ ਬਚਾਇਆ ਜਾਵੇਗਾ। ਉਹ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਪਹਿਲਾਂ ਗੈਸ ਵਗੈਰਾ ਤਾਂ ਹੁੰਦੀ ਨਹੀਂ ਸੀ, ਉਹ ਗੈਸ ਵਾਲੇ ਚੁੱਲ੍ਹੇ ਤਾਂ ਹੁੰਦੇ ਨਹੀਂ ਸੀਗੇ, ਉਹ ਦੂਸਰੇ ਚੁੱਲ੍ਹੇ ਹੁੰਦੇ ਸੀਗੇ ਜਿਹੜੇ ਬਾਹਰ ਲੱਕੜਾਂ ਵਾਲੇ ਹੁੰਦੇ ਸੀਗੇ, ਉਹਦੇ 'ਚ ਲੱਕੜਾਂ ਪਾ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਕੋਲੇ ਪਾ ਦਿੱਤੇ ਜਾਂਦੇ ਸੀਗੇ, ਤੇ ਉੱਥੇ ਆਪਾਂ ਕਹਿ ਲਓ ਕਿ ਦਾਲ ਬਣਦੀ ਸੀਗੀ ਆਪਣੀ ਮੂੰਗੀ ਮਸਰੀ ਦੀ ਦਾਲ, ਘਿਓ ਪਾ ਕੇ। ਤੇ ਕੀ ਕਰਦੀਆਂ ਸੀਗੀਆਂ ਜਿਹੜੀਆਂ ਆਪਣੀਆਂ ਬਜ਼ੁਰਗ ਭੈਣਾਂ ਹੁੰਦੀਆਂ ਸੀਗੀਆਂ,
ਜਦੋਂ ਉਹਨਾਂ ਨੇ ਸਾਰਾ ਕੁਝ ਆਲਣ ਵਾਲਾ ਇਕੱਠਾ ਕਰ ਲਿਆ ਹੈ ਨਾ, ਤੇ ਘਾਹ ਫੂਸ ਵਿੱਚ ਪਾ ਲਿਆ, ਲੱਕੜਾਂ ਪਾ ਲਈਆਂ ਤੇ ਕੁਝ ਕੋਲੇ ਪਾ ਲਏ, ਫਿਰ ਅੱਗ ਜਲਾਣੀ ਬੜੀ ਮੁਸ਼ਕਲ ਹੁੰਦੀ ਸੀ। ਵੀ ਕਿੱਦਾਂ ਪਹਿਲਾਂ ਮੈਚਿਸ ਹੁੰਦੀ ਸੀ ਕਿ ਮੈਚਿਸ ਨਾਲ ਜਲਦੀ ਅੱਗ ਜਲ ਰਹੀ ਸੀ। ਉਹਨਾਂ ਨੇ ਇੱਕ ਸੌਖਾ ਤਰੀਕਾ ਲੱਭ ਗਿਆ ਸੀ ਵੀ ਗੁਆਂਢੀਆਂ ਕੋਲੇ ਜਾ ਕੇ ਚਿਮਟੇ ਦੇ ਨਾਲ ਜਾ ਕੇ ਭੱਜ ਕੇ ਇੱਕ ਕੋਲਾ ਚੱਕ ਲਿਆ। ਨਹੀਂ ਭਾਈ ਆ ਕੋਲਾ, ਇੱਕ ਕੋਲਾ ਦੇਈ, ਭਖਿਆ ਹੋਇਆ ਕੋਲਾ। ਉਹ ਜਾਂਦੇ ਸੀ ਚਿਮਟਾ ਲੈ ਕੇ ਤੇ ਕੋਲੇ ਨੂੰ ਚੱਕਦੇ ਸੀ ਭਖੇ ਹੋਏ ਨੂੰ, ਤੇ ਆ ਜਾਂਦੇ ਸੀਗੇ ਆਪਣੇ ਕਿਚਨ ਦੇ ਵਿੱਚ ਆ ਕੇ, ਉਹ ਆਪਣੇ ਚੁੱਲ੍ਹੇ ਦੇ ਵਿੱਚ ਰੱਖ ਦਿੰਦੇ ਸੀ ਤੇ ਫਿਰ ਹਵਾ ਮਾਰਦੇ ਸੀ ਤੇ ਮਿੰਟਾਂ ਦੇ ਵਿੱਚ ਹੀ ਪ੍ਰਾਪਤ ਬਣਾ ਉਹ ਅੱਗ ਬਾਹਰ ਪੈਂਦੀ ਸੀਗੀ ਤੇ ਸਾਰੇ ਕੋਲੇ ਜਿਹੜੇ ਸੀਗੇ ਭਖ ਪੈਂਦੇ ਸੀ। ਦੇਖੋ ਇੱਕ ਕੋਲ ਅੱਗ ਦੇ ਵਿੱਚ ਭਖਿਆ ਹੋਇਆ ਕਿੱਦਾਂ ਦੂਜੇ ਸਾਰਿਆਂ ਨੂੰ ਗਰਮ ਕਰ ਦਿੰਦਾ ਆ। ਰੂਹਾਨੀ ਤੌਰ ਤੇ ਜੇ ਤੁਸੀਂ ਪ੍ਰਾਪਤ ਬਣੋ, ਇੱਕ ਐਸੇ ਭੈਣ ਭਰਾਵਾਂ ਦੇ ਨਾਲ ਮਿਲਣਾ ਆ, ਤੁਹਾਡਾ ਉੱਠਣਾ ਬੈਠਣਾ ਆ, ਇਕਲੀਸੀਆ ਵਿੱਚ ਤੁਸੀਂ ਆਉਂਦੇ ਹੋ, ਵਰਸ਼ਿਪ ਕਰਦੇ ਹੋ, ਕੁਝ ਐਸੇ ਲੋਕਾਂ ਦੇ ਨਾਲ ਜਿਹੜੇ ਭਖੇ ਹੋਏ ਨੇ, ਜਿਹੜੇ ਔਨ ਫਾਇਰ ਨੇ, ਜਿਹੜੇ ਰਿਵਾਈਵਲ ਵਿੱਚ ਹੈਗੇ ਨੇ, ਤੇ ਉਹਦਾ ਅਸਰ ਤੁਹਾਡੇ ਤੇ ਵੀ ਪਏਗਾ। ਤੁਸੀਂ ਵੀ ਰਿਵਾਈਵਲ ਵਿੱਚ ਵਧੋਗੇ, ਤੁਹਾਡੀ ਜ਼ਿੰਦਗੀ 'ਚ ਵੀ ਰਿਵਾਈਵਲ ਆ ਜਾਏਗੀ, ਤੁਹਾਡੀ ਜ਼ਿੰਦਗੀ ਵਿੱਚ ਬਲੈਸਿੰਗ ਆ ਜਾਏਗੀ। ਲੇਕਿਨ ਕੋਈ ਐਸੇ ਦੋਸਤ ਦੇ ਨਾਲ ਦੋਸਤੀ ਪਾ ਲਈ ਜਿਹੜੀ ਬਾਹਰ ਦੁਨੀਆ ਵਾਲਾ ਆ, ਤੇ ਉਹਦੇ ਨਾਲ ਕੀ ਹੋਏਗਾ, ਤੁਹਾਡੀ ਸਪਿਰਿਚੁਅਲ ਜ਼ਿੰਦਗੀ ਜਿਹੜੀ ਹੈਗੀ ਆ ਹੌਲੀ ਹੌਲੀ ਥੱਲੇ ਚਲੀ ਜਾਏਗੀ। ਤੇ ਸ਼ੈਤਾਨ ਦੀ ਕੋਸ਼ਿਸ਼ ਕੀ ਹੈ ਤੁਹਾਨੂੰ ਤੋੜਨਾ, ਤਾਂ ਕਿ ਤੁਸੀਂ ਰੱਬ ਤੋਂ ਟੁੱਟ ਸਕੋ, ਤਾਂ ਕਿ ਤੁਸੀਂ ਇਕਲੀਸੀਆ ਤੋਂ ਟੁੱਟ ਸਕੋ, ਤੇ ਉਹ ਸਾਰੀਆਂ ਬਰਕਤਾਂ ਜਿਹੜੀਆਂ ਪਰਮੇਸ਼ਰ ਤੁਹਾਨੂੰ ਭੇਜਣਾ ਚਾਹੁੰਦਾ ਆ ਉਹ ਤੁਹਾਡੇ ਤੇ ਨਾ ਆ ਸਕੇ। ਸੋ ਬੜੇ ਚਕੰਨੇ ਰਹਿਣਾ ਆਪਾਂ ਪ੍ਰਾਪਤ ਪੜਾਓ। ਬਹੁਤ ਜ਼ਰੂਰੀ ਹੈ ਫੈਲੋਸ਼ਿਪ ਕਰਨੀ ਇਕਲੀਸੀਆ ਦੇ ਨਾਲ, ਤਾਂ ਕਿ ਆਪਾਂ ਉਹਦੇ ਵਿੱਚ ਭਖੇ ਰਹੀਏ। ਸੋ ਇਹ ਤਾਂ ਸੀਗਾ ਪ੍ਰਾਪਤ ਬਣੋ ਆਪਣਾ ਚੌਥਾ ਪੁਆਇੰਟ ਜਿਹੜਾ ਆਪਾਂ ਦੇਖਿਆ। 5ਵੇਂ ਨੰਬਰ ਤੇ ਪ੍ਰਭੂ ਦਾ ਵਚਨ ਕਹਿੰਦਾ ਹੈਗਾ ਆ ਕਿ to set a good example for others to follow। ਜਦੋਂ ਤੁਸੀਂ ਇਕਲੀਸੀਆ ਵਿੱਚ ਆਉਂਦੇ ਹੋ, ਤੁਹਾਡੇ ਬੱਚੇ ਦੇਖਦੇ ਨੇ ਤੁਹਾਨੂੰ, ਤੁਹਾਡੇ ਹਸਬੈਂਡ ਵਾਈਫ ਤੁਹਾਨੂੰ ਦੇਖਦੇ ਨੇ, ਤੁਹਾਡੇ ਮਾਂ-ਬਾਪ ਤੁਹਾਨੂੰ ਦੇਖਦੇ ਨੇ ਵੀ ਚਰਚ ਵਿੱਚ ਜਾਂਦਾ ਆ, ਇਹ ਚਰਚ ਵਿੱਚ ਜਾਂਦੀ ਆ। ਉਹ ਸਾਰੀ ਦੁਨੀਆ ਨੂੰ ਪਤਾ ਆ ਹੁਣ ਵੀ ਚਰਚ ਵਿੱਚ ਕਿੰਨੇ ਵੱਡੇ ਕੰਮ ਹੁੰਦੇ ਨੇ। ਉਹਨਾਂ ਨੂੰ ਪਤਾ ਕਿ ਚਰਚ ਵਿੱਚ ਡਰੱਗਾਂ ਛੁੱਟਦੀਆਂ ਨੇ, ਚਰਚ ਦੇ ਵਿੱਚ ਸ਼ਰਾਬਾਂ ਛੁੱਟਦੀਆਂ ਨੇ, ਚਰਚ ਵਿੱਚ ਬਦਰੂਆਂ ਭੱਜਦੀਆਂ ਨੇ, ਚਰਚ ਵਿੱਚ ਹੀਲਿੰਗ ਹੁੰਦੀ ਹੈ, ਸ਼ਿਫਾ ਹੁੰਦੀ ਆ, ਚਰਚ ਵਿੱਚ ਮਾੜੀਆਂ ਆਦਤਾਂ ਖਤਮ ਹੋ ਜਾਂਦੀਆਂ ਨੇ, ਨਵੀਆਂ ਆਦਤਾਂ ਪੈ ਜਾਂਦੀਆਂ ਨੇ। ਉਹਨਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ, ਹੁਣ ਤਾਂ ਇੰਡੀਆ 'ਚ ਵੀ ਪਤਾ ਹੈ ਸਾਰੇ ਲੋਕਾਂ ਨੂੰ ਕਿ ਚਰਚ ਵਿੱਚ ਜਾ ਕੇ ਰੱਬ ਦਾ ਰੂਹ ਪਰਮ ਆਤਮਾ ਕੀ ਕੁਛ ਕਰਦਾ ਹੈ। ਰੱਬ ਦੇ ਬਣੋ ਆਪਾਂ ਕਿਉਂ ਜਾਣੇ ਚਰਚ ਵਿੱਚ? ਇੱਕ ਹੋਰ ਕਾਰਨ ਹੈ, ਇਹ ਕਾਰਨ ਹੈ ਕਿ ਆਪਾਂ ਗੁੱਡ ਐਗਜ਼ਾਮਪਲ ਕਾਇਮ ਕਰਨ ਵਾਸਤੇ ਜਾਣੇ ਆ। ਇੱਕ ਐਸੀ ਐਗਜ਼ਾਮਪਲ ਤਾਂ ਕਿ ਜਿਹੜੇ ਆਪਣੇ ਬੱਚੇ ਦੇਖਣਗੇ, ਆਪਣੇ ਨਾਲ ਦੀ ਜਨਰੇਸ਼ਨ ਆਪਾਂ ਨੂੰ ਦੇਖੇਗੀ ਤੇ ਕਹੇਗੀ ਵਾਹ, ਇਹ ਲਗਾਤਾਰ ਪਰਮੇਸ਼ਰ ਦੇ ਘਰ ਵਿੱਚ ਜਾਂਦਾ ਸੀਗਾ ਤੇ ਪਰਮੇਸ਼ਰ ਨੇ ਇਹਨੂੰ ਬਰਕਤ ਦਿੱਤੀ ਹੈਗੀ ਹੈ, ਤੇ ਅੱਜ ਉਹ ਸਾਰੀ ਬਰਕਤ ਇਸ ਪਰਿਵਾਰ ਦੇ ਉੱਤੇ ਹੈਗੀ ਹੈ। ਆਮੀਨ। ਦੇਖ ਲਓ ਤੁਸੀਂ, ਬੱਚੇ ਆਉਣ ਵਾਲੀਆਂ ਪੀੜ੍ਹੀਆਂ ਜੇ ਚਰਚ ਵਿੱਚ ਜਾਣਗੀਆਂ ਤਾਂ ਜਾਣਗੀਆਂ ਜੋ ਉਹਨਾਂ ਨੇ ਸਾਹਮਣੇ ਕੋਈ ਗੁੱਡ ਐਗਜ਼ਾਮਪਲ ਰੱਖੀ ਹੋਵੇ। ਜੇ ਆਪਾਂ ਹੀ ਗੁੱਡ ਐਗਜ਼ਾਮਪਲ ਨਹੀਂ ਬਣਾਂਗੇ ਉਹਨਾਂ ਦੇ ਸਾਹਮਣੇ, ਤੇ ਇਹਨਾਂ ਦੁਨੀਆ ਦੇ ਵਿੱਚ ਹੋਰ ਕਿਹੜੀ ਗੁੱਡ ਐਗਜ਼ਾਮਪਲ ਉਹਨਾਂ ਨੂੰ ਮਿਲੂਗੀ ਪ੍ਰਾਪਤ ਕਰੋ। ਤਾਂ ਹੀ ਜ਼ਰੂਰੀ ਹੈਗਾ ਕੁਝ ਵੀ ਹੋ ਜੇ ਉਸ ਬਜ਼ੁਰਗ ਔਰਤ ਵਾਂਗੂ ਉਹ ਫੌੜੀਆਂ ਤੇ ਆਉਂਦੀ ਸੀਗੀ, ਤੁਰ ਨਹੀਂ ਸਕਦੀ ਸੀਗੀ, ਲੇਕਿਨ ਉਹ ਪੁੱਛਿਆ ਇੱਕ ਭਰਾ ਨੇ ਉਹਨੂੰ ਵੀ ਤੂੰ ਕਿੱਦਾਂ ਮੈਨੇਜ ਕਰ ਲੈਂਦੀ ਆ, ਐਵਰੀ ਸੰਡੇ ਯੂ ਆਰ ਹੇਅਰ, ਐਵਰੀ ਫਰਾਈਡੇ ਯੂ ਆਰ ਹੇਅਰ। ਕਹਿੰਦੀ ਮੇਰਾ ਦਿਲ ਮੇਰੇ ਤੋਂ ਮੂਹਰੇ ਭੱਜ ਲੈਂਦਾ ਆ। ਕਹਿੰਦੀ ਲੱਤਾਂ ਫਿਰ ਮੇਰੀਆਂ ਲੱਤਾਂ ਫਿਰ ਉਹਨੂੰ ਫੋਲੋ ਕਰਦੀਆਂ ਨੇ, ਫਿਰ ਅਸੀਂ ਚਰਚ ਵਿੱਚ ਪਹੁੰਚ ਜਾਂਦੇ ਹਾਂ। ਯਾਨੀ ਕਿ ਦਿਲ ਦਾ ਮਾਮਲਾ ਆ। ਜੇ ਤੁਸੀਂ ਦਿਲੋਂ ਪਰਮੇਸ਼ਰ ਦੇ ਫੈਲੋਸ਼ਿਪ ਦੇ ਵਿੱਚ ਆਉਂਦੇ ਹੋ ਤੇ ਤੁਹਾਨੂੰ ਬਰਕਤ ਮਿਲੇਗੀ ਪ੍ਰਾਪਤ ਬਣੋ। ਪਰਮੇਸ਼ਰ ਦਾ ਆਸ਼ੀਰਵਾਦ ਤੁਹਾਡੇ ਉੱਤੇ, ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ ਉੱਤੇ ਪਹੁੰਚੇਗਾ। ਇਹ ਪਰਮੇਸ਼ਰ ਦੇ ਵਚਨ ਦੇ ਇਹ ਵਾਅਦੇ ਹੈਗੇ। 6ਵੇਂ ਨੰਬਰ ਤੇ ਪ੍ਰਾਪਤ ਬਣੋ ਆਪਾਂ ਦੇਖਾਂਗੇ, ਪੜਾਂਗੇ ਸੰਤ ਮੈਥਿਊ ਚੈਪਟਰ 6 ਵਰਸ 33 ਐਂਡ 34। ਬੜਾ ਫੇਮਸ ਵਰਸ ਹੈਗਾ ਮੈਥਿਊ ਚੈਪਟਰ 6 ਵਰਸ 33 ਐਂਡ 34। ਜੀ ਹਾਂ, ਮੱਤੀ 6 33 ਤੇ 34। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਇੱਛਾ ਦੀ ਖੋਜ ਕਰੋ, ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਵੇਗਾ। ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪ ਆਪਣੀ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ। ਮੈਨੂੰ ਪਤਾ ਹੈ ਕਿ ਜਦੋਂ ਆਪਾਂ ਨਵੇਂ ਸੀਗੇ ਬਹੁਤ ਵਾਰ ਅਸੀਂ ਪਾਸਟਰ ਕੋਲ ਆ ਕੇ ਸਵਾਲ ਕਰਦੇ ਸੀ ਕਿ ਪਾਸਟਰ ਜੀ ਦੇਖੋ, ਵੈਨਸਡੇ ਨੂੰ ਵੀ ਸ਼ਾਮ ਨੂੰ ਮੀਟਿੰਗ ਆ, ਤੇ ਫਰਾਈਡੇ ਨੂੰ ਵੀ ਮੀਟਿੰਗ ਆ ਸ਼ਾਮ ਨੂੰ, ਤੇ ਫਿਰ ਸੰਡੇ ਨੂੰ ਵੀ ਸਵੇਰੇ ਮੀਟਿੰਗ ਆ, ਤੇ ਫਿਰ ਸੰਡੇ ਸ਼ਾਮ ਨੂੰ ਵੀ ਮੀਟਿੰਗ ਆ, ਤੇ ਪਾਸਟਰ ਜੀ ਵੀ ਅਸੀਂ ਕੰਮ ਵੀ ਕਰਨਾ ਆ, ਸਾਨੂੰ ਆਪਣਾ ਘਰ-ਬਾਰ ਵੀ ਦੇਖਣਾ ਆ, ਬਿੱਲ ਕੌਣ ਪੇ ਕਰੂਗਾ, ਪੈਸੇ ਕਿੱਧਰੋਂ ਆਉਣਗੇ ਉਧਰੋਂ ਆਉਣਗੇ। ਫਿਕਰ ਨਾ ਕਰੋ ਪ੍ਰਾਪਤ ਬਣੋ। ਜਿਹੜਾ ਇਨਸਾਨ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਪੈ ਜਾਂਦਾ ਨਾ, ਪਰਮੇਸ਼ਰ ਉਹਦੇ ਕੰਮ ਦੇਖਦਾ ਆ। ਪ੍ਰਭੂ ਦਾ ਵਚਨ ਕਹਿੰਦਾ ਆ, ਇਹ ਵਰਸ ਜਿਹੜਾ ਆਪਾਂ ਪ੍ਰਭੂ ਦੇ ਪੜ੍ਹੋਂ ਪੜ੍ਹ ਕੇ ਗਏ ਆ, ਕਿ ਸਭ ਤੋਂ ਪਹਿਲਾਂ seek first the kingdom of God and his righteousness, and all the things that you desire will be given to you automatically। ਆਪੇ ਸਾਰੀਆਂ ਉਹ ਚੀਜ਼ਾਂ
ਰੱਬ ਪੂਰੀਆਂ ਕਰੇਗਾ ਉਸ ਇਨਸਾਨ ਦੀਆਂ ਜਿਹੜਾ ਇਨਸਾਨ ਰੱਬ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਤੁਹਾਡੇ ਬਿੱਲ ਰੱਬ ਪੂਰਾ ਕਰੂਗਾ, ਤੁਹਾਡੀਆਂ ਸਿਚੁਏਸ਼ਨਸ ਰੱਬ ਸੁਧਾਰੂਗਾ, ਤੁਹਾਡੀਆਂ ਪ੍ਰੋਬਲਮਾਂ ਰੱਬ ਸੋਲੂਸ਼ਨ ਲੈ ਕੇ ਆਵੇਗਾ। ਕਿੰਨਾ ਵੀ ਆ ਉਹਨਾਂ ਦੇ ਜਿਹੜੇ ਪਰਮੇਸ਼ਰ ਨੇ ਸੱਦੇ ਹੋਏ ਨੇ, ਜਿਹੜੇ ਪਰਮੇਸ਼ਰ ਦੀ ਸੇਵਾ 'ਚ ਲੱਗੇ ਹੋਏ ਨੇ, ਜਿਹੜੇ ਪਰਮੇਸ਼ਰ ਨੂੰ ਮੁੱਖ ਰੱਖ ਕੇ ਪਹਿਲ ਦੇ ਕੇ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧਦੇ ਨੇ। ਸੋ ਤਾਂ ਹੀ ਪ੍ਰਭੂ ਦੇ ਵੱਲੋਂ ਬਹੁਤ ਵੱਡੀ ਬਰਕਤ ਹੈ ਇਹ ਕਿ ਜਦੋਂ ਆਪਾਂ ਇਕਲੀਸੀਆ ਦੇ ਵਿੱਚ ਆਨੇ ਹੈਗੇ ਆ। ਕਿਉਂ? ਕਿਉਂਕਿ ਆਪਾਂ ਪਰਮੇਸ਼ਰ ਦੇ ਰਾਜ ਦੀ ਖੋਜ ਕਰਦੇ ਆ ਤੇ ਪ੍ਰਭੂ ਦਾ ਵਾਅਦਾ ਆ ਕਿ ਪਰਮੇਸ਼ਰ ਦੀ ਰਾਜ ਦੀ ਖੋਜ ਕਰ ਤੇ ਬਾਕੀ ਚੀਜ਼ਾਂ ਦੀ ਖੋਜ ਕਰਨ ਦੀ ਲੋੜ ਨਹੀਂ, ਆਪੇ ਤੇਰੇ ਪਿੱਛੇ ਪੈ ਕੇ ਤੈਨੂੰ ਮਿਲ ਜਾਣਗੀਆਂ, ਤੇਰੇ ਪਿੱਛੇ ਪੈ ਜਾਣਗੀਆਂ ਬਾਕੀ ਦੀਆਂ ਸਾਰੀਆਂ ਬਰਕਤਾਂ। ਵਾਓ। ਓਕੇ, 7ਵੇਂ ਨੰਬਰ ਦੇ ਪ੍ਰਭੂ ਦੇ ਵੱਲੋਂ ਆਪਾਂ ਦੇਖਾਂਗੇ 1 ਕੋਰਿੰਥੀਅਨ ਚੈਪਟਰ 11 ਦੇ ਵਿੱਚ 20ਵੇਂ ਵਰਸ ਤੋਂ ਲੈ ਕੇ 30ਵੇਂ ਵਰਸ ਤਾਈਂ ਹੋਮਵਰਕ ਆ ਤੁਹਾਡੇ ਵਾਸਤੇ। 1 ਕੋਰਿੰਥੀਅਨ ਚੈਪਟਰ 11 ਵਰਸ 20 to 30 ਦੇ ਵਿੱਚ ਹੋਲੀ ਕਮਿਊਨੀਅਨ ਦੇ ਬਾਰੇ ਲਿਖਿਆ ਹੈ ਪ੍ਰਭੂ ਦੇ ਵੱਲੋਂ ਕਿ ਕਿੰਨਾ ਜ਼ਰੂਰੀ ਆ ਆਪਾਂ ਹੋਲੀ ਕਮਿਊਨੀਅਨ ਕਰਦੇ ਆ ਚਰਚ ਦੇ ਵਿੱਚ, ਕਿੰਨਾ ਜ਼ਰੂਰੀ ਆ ਫੈਲੋਸ਼ਿਪ ਕਰਨੀ ਚਰਚ ਦੇ ਵਿੱਚ। ਉਹਦੇ ਨਾਲ ਬਹੁਤ ਵੱਡੀ ਬਰਕਤ ਆ। ਹੋਲੀ ਕਮਿਊਨੀਅਨ ਜਾਨੀ ਕਿ ਫੈਲੋਸ਼ਿਪ ਪ੍ਰਭੂ ਦੇ ਸਰੀਰ ਦੇ ਨਾਲ, ਚਰਚ ਦੇ ਨਾਲ, ਪ੍ਰਭੂ ਦੇ ਲਹੂ ਦੇ ਨਾਲ, ਪ੍ਰਭੂ ਦੇ ਬੋਡੀ ਦੇ ਨਾਲ, ਸਰੀਰ ਦੇ ਨਾਲ ਫੈਲੋਸ਼ਿਪ ਕਰਨ ਦੇ ਨਾਲ ਪਰਮੇਸ਼ਰ ਦਾ ਰੂਹ ਸਾਨੂੰ ਪ੍ਰੀਵੈਂਟ ਕਰਕੇ ਰੱਖਦਾ ਹੈ ਕਿ ਆਪਾਂ ਬੈਕ ਸਲਾਈਡ ਨਾ ਹੋ ਜਾਈਏ, ਸਾਨੂੰ ਸੰਭਾਲ ਕੇ ਰੱਖਦਾ ਹੈ ਕਿ ਆਪਾਂ ਬੈਕ ਸਲਾਈਡ ਨਾ ਹੋ ਜਾਈਏ, ਸਾਨੂੰ ਸੰਭਾਲ ਕੇ ਰੱਖਦਾ ਕਿ ਆਪਾਂ ਪਿੱਛੇ ਨਾ ਵੜ ਜਾਈਏ, ਪਿੱਛੇ ਨਾ ਹੋ ਜਾਈਏ, ਆਪਾਂ ਤਿਲਕ ਨਾ ਜਾਈਏ, ਆਪਾਂ ਮਗਰ ਨਾ ਰਹਿ ਜਾਈਏ। ਸ਼ੈਤਾਨ ਤੁਹਾਨੂੰ ਪਿੱਛੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਹੈ, ਉਹਨੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਤੁਹਾਨੂੰ ਪਿੱਛੇ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ ਆ। ਸ਼ੈਤਾਨ ਕੋਸ਼ਿਸ਼ ਕਰੇਗਾ ਕਿ ਤੁਸੀਂ ਰੱਬ ਦੇ ਵਿੱਚ ਠੰਡੇ ਹੋ ਜਾਓ, ਉਹ ਕੋਸ਼ਿਸ਼ ਕਰੇਗਾ ਕਿ ਤਾਂ ਕਿ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹ ਸਕੋ, ਉਹ ਕੋਸ਼ਿਸ਼ ਕਰੇਗਾ ਤੁਸੀਂ ਪ੍ਰਾਰਥਨਾ ਨਾ ਕਰ ਸਕੋ, ਉਹ ਕੋਸ਼ਿਸ਼ ਕਰੇਗਾ ਤੁਸੀਂ ਚਰਚ ਨੂੰ ਨਾ ਜਾ ਸਕੋ, ਉਹਨੇ ਬਥੇਰੀ ਕੋਸ਼ਿਸ਼ ਕਰਨੀ ਹੈ ਤਾਂ ਕਿ ਤੁਸੀਂ ਬੈਕ ਸਲਾਈਡ ਹੋ ਜਾਓ। ਲੇਕਿਨ ਪਰਮੇਸ਼ਰ ਦਾ ਰੂਹ ਪ੍ਰੀਵੈਂਟ ਕਰਦਾ ਆ, ਬਚਾ ਕੇ ਰੱਖਦਾ ਆ, ਸੰਭਾਲ ਕੇ ਰੱਖਦਾ ਆ ਉਹਨਾਂ ਨੂੰ ਜਿਹੜੇ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਵੱਧਦੇ ਨੇ ਤੇ ਲਗਾਤਾਰ ਆਉਂਦੇ ਨੇ ਤੇ ਪਰਮੇਸ਼ਰ ਦਾ ਆਸ਼ੀਰਵਾਦ ਉਹਨਾਂ ਤੇ ਉਤਰਿਆ ਰਹਿੰਦਾ। ਕਿਸੇ ਵੀ ਹਾਲਤ ਵਿੱਚ ਪ੍ਰਭੂ ਤੋਂ ਬੈਕ ਸਲਾਈਡ ਨਹੀਂ ਹੋਣਗੇ, ਉਹ ਹਮੇਸ਼ਾ ਰੱਬ ਦੀ ਰੂਹ ਦੇ ਉੱਤੇ ਬਣੇ ਰਹਿਣਗੇ, ਰੱਬ ਦੇ ਮਸਾਂ ਵਿੱਚ ਬਣੇ ਰਹਿਣਗੇ। ਰੱਬ ਦਾ ਰੂਹ ਉਹਨਾਂ ਤੇ ਲਗਾਤਾਰ ਜੁੰਬਿਸ਼ ਕਰੇਗਾ, ਉਹਨਾਂ ਥਾਈਂ ਦੀ ਪਰਮੇਸ਼ਰ ਇਸਤੇਮਾਲ ਕਰੇਗਾ। ਵੱਡੇ ਵੱਡੇ ਕੰਮ ਹੋਣਗੇ, ਪ੍ਰੋਫੈਸੀ 'ਚ ਵਧਣਗੇ, ਹੀਲਿੰਗ 'ਚ ਵਧਣਗੇ, ਡਿਲੀਵਰੈਂਸ ਵਿੱਚ ਵਧਣਗੇ, ਰਿਵਾਈਵਲ ਵਿੱਚ ਵਧਣਗੇ, ਪ੍ਰੋਸਪੈਰਿਟੀ ਵਿੱਚ ਵਧਣਗੇ। ਰੱਬ ਦੇ ਸਵਰਗੀ ਖਜ਼ਾਨੇ ਉਹਨਾਂ ਦੇ ਲਈ ਖੁੱਲ੍ਹ ਜਾਣਗੇ ਤੇ ਰੱਬ ਦੀਆਂ ਸਾਰੀਆਂ ਬਰਕਤਾਂ ਪਿੱਛੇ ਪੈ ਕੇ ਉਹਨਾਂ ਤੇ ਉੱਤੇ ਡਿੱਗ ਪੈਣਗੀਆਂ। ਪ੍ਰਭੂ ਦਾ ਵਚਨ ਇਹ ਦੱਸਦਾ ਹੈ ਪ੍ਰਭੂ ਦੇ ਬਣੋ। ਤਾਂ ਹੀ ਇਹ ਬਹੁਤ ਹੀ ਜ਼ਰੂਰੀ ਹੈ ਪ੍ਰਭੂ ਦੇ ਬਣੋ ਕਿ ਆਪਾਂ ਕਿਸੇ ਵੀ ਹਾਲਤ ਵਿੱਚ ਸੰਗਤੀ ਨਾ ਬੰਦ ਕਰੀਏ ਤੇ ਪ੍ਰਭੂ ਦੇ ਚਰਨਾਂ ਵਿੱਚ ਲਗਾਤਾਰ ਬੈਠੀਏ, ਹੈ ਨਾ। ਸੋ ਬੈਕ ਸਲਾਈਡ ਨਾ ਹੋ ਸਕੀਏ, ਕਮਜ਼ੋਰ ਨਾ ਹੋ ਜਾਈਏ, ਢਿੱਲੇ ਨਾ ਹੋ ਜਾਈਏ। ਤੁਸੀਂ ਦੇਖੋ ਆਪਣੇ ਦਿਲ ਨੂੰ ਜਾਂਚ ਕੇ, ਤੁਸੀਂ ਆ ਸੋਚੋ ਲੈ ਵੀ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਕਿੰਨਾ ਕਰੂਚ ਸੀਗਾ ਤੇ 3 ਮਹੀਨੇ ਬਾਅਦ ਹੁਣ ਮੈਂ ਕਿੰਨਾ ਰੂਚ ਆ। ਤੁਸੀਂ ਰੂਚ ਵਧੇ ਹੋ ਜਾਂ ਰੂਚ ਘਟੇ ਹੋ? ਜੇ ਤਾਂ ਰੂਚ ਵਿੱਚ ਵਧੇ ਹੋ ਤਾਂ ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ। ਲੇਕਿਨ ਜੇ ਤੁਸੀਂ ਰੂਚ ਘਟੇ ਹੋ ਤਾਂ ਫਿਰ ਤੁਸੀਂ ਦੇਖੋ ਵੀ ਕਿਉਂ ਘਟੇ ਹੋ, ਬਈ ਕੀ ਕਾਰਨ ਹੈ ਘਟੇ ਹੋ? ਕੀ ਚੀਜ਼ ਐਸੀ ਸ਼ੈਤਾਨ ਨੇ ਭੇਜ ਦਿੱਤੀ ਹੈ ਜਿਹਦੇ ਥਾਈਂ ਦੀ ਤੁਸੀਂ ਘਟ ਰਹੇ ਹੋ? ਕਿਹੜੀ ਚੀਜ਼ ਐਸੀ ਕੰਮ ਤੁਹਾਡਾ, ਤੁਹਾਨੂੰ ਬਹੁਤ ਵਧੀਆ ਕੰਮ ਮਿਲ ਗਿਆ, ਤੁਹਾਨੂੰ ਚਰਚ ਵਾਸਤੇ ਟਾਈਮ ਨਹੀਂ ਗਿਆ? ਕੋਈ ਐਸਾ ਦੋਸਤ ਵੀ ਮਿਲ ਗਿਆ ਤੁਹਾਨੂੰ ਜਿਹਦੇ ਨਾਲ ਤੁਸੀਂ ਇਕਲੀਸੀਆ ਵਿੱਚ ਨਹੀਂ ਵੱਧ ਰਹੇ? ਕੋਈ ਐਸੀ ਨਵੀਂ ਐਡਿਕਸ਼ਨ ਆ ਗਈ ਤੁਹਾਡੀ ਜ਼ਿੰਦਗੀ ਦੇ ਵਿੱਚ? ਝਾਤੀ ਮਾਰ ਕੇ ਦੇਖੋ ਆਪਣੇ ਦਿਲ ਦੇ ਵਿੱਚ ਵੀ ਕਿਹੜੀ ਚੀਜ਼ ਆ ਜਿਹਦੇ ਕਾਰਨ ਮੈਂ ਰੱਬ 'ਚ ਵੱਧ ਨਹੀਂ ਰਿਹਾ। ਤੇ 3 ਮਹੀਨੇ ਪਹਿਲਾਂ ਮੇਰਾ ਮੈਂ ਕਿੱਦਾਂ ਸੀ ਤੇ 3 ਮਹੀਨੇ ਬਾਅਦ ਮੈਂ ਕਿੱਦਾਂ? ਜੇ ਤੁਸੀਂ ਕਹੋ ਪਾਸਟਰ ਜੀ 3 ਮਹੀਨੇ ਪਹਿਲਾਂ ਮੈਂ ਇੰਨਾ ਠੰਡਾ ਸੀਗਾ, ਲੇਕਿਨ 3 ਮਹੀਨੇ ਬਾਅਦ ਹੁਣ ਪਾਸਟਰ ਜੀ ਮੈਂ ਅੱਗ ਦੇ ਵਿੱਚ ਹਾਂ, ਹੁਣ ਮੈਂ ਰਿਵਾਈਵਲ ਦੇ ਵਿੱਚ ਹਾਂ। ਸੋ ਪ੍ਰੇਜ਼ ਦਾ ਲਾਰਡ ਪ੍ਰਭੂ ਦੇ ਪਰੋ ਜੋ ਕੁਝ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਹੋ, ਜਿਸ ਤਰ੍ਹਾਂ ਪ੍ਰਭੂ ਦੇ ਵਿੱਚ ਵੱਧ ਰਹੇ ਹੋ ਬਹੁਤ ਅੱਛਾ ਹੈ ਕਿ ਤੁਸੀਂ ਪਰਮੇਸ਼ਰ ਵਿੱਚ ਵੱਧ ਰਹੇ ਹੋ। ਇਦਾਂ ਹੀ ਵੱਧਦੇ ਰਹੀਏ, ਰੂਹ ਦੇ ਵਿੱਚ ਤਰੱਕੀ ਕਰਦੇ ਰਹੀਏ ਤਾਂ ਕਿ ਪਰਮੇਸ਼ਰ ਦੀ ਉਹ ਯੋਜਨਾ, ਉਹ ਮਕਸਦ ਜੋ ਆਪਣੀਆਂ ਜ਼ਿੰਦਗੀਆਂ ਤੇ ਹੈ ਆਪਾਂ ਪੂਰਾ ਕਰ ਸਕੀਏ। ਆਮੇਨ। ਸੋ ਪ੍ਰਭੂ ਦੇ ਪਰੋ ਇਹ ਤਾਂ ਹੈ ਆਪਣਾ 7ਵਾਂ ਪੁਆਇੰਟ ਜਿਹੜਾ ਆਪਾਂ ਪੜ੍ਹ ਕੇ ਗਏ ਹਾਂ। 8ਵੇਂ ਪੁਆਇੰਟ ਦੇ ਵਿੱਚ ਆਪਾਂ ਜਾਵਾਂਗੇ ਤੇ ਪੜਾਂਗੇ ਅਬਰਾਨੀਆਂ ਦਾ 10ਵਾਂ ਚੈਪਟਰ 25ਵਾਂ ਵਰਸ ਪੜਾਂਗੇ। 24 ਪੜ੍ਹ ਕੇ ਗਏ ਹਾਂ ਪਹਿਲਾਂ ਆਪਾਂ, ਲੇਕਿਨ ਹੁਣ 25ਵਾਂ ਪੜਾਂਗੇ। ਹੀਬਰੂ ਚੈਪਟਰ 10 ਵਰਸ 25 ਦੇ ਵਿੱਚ ਦੇਖਾਂਗੇ ਪਰਮੇਸ਼ਰ ਦਾ ਕੀ ਹੁਕਮ ਹੈ, ਪਰਮੇਸ਼ਰ ਦੀ ਕੀ ਕਮਾਂਡਮੈਂਟ ਹੈ। ਆਓ ਦੇਖੀਏ ਪੰਜਾਬੀ ਚ। ਇਬਰਾਨੀਆਂ 10:25 ਸਾਨੂੰ ਇੱਕ ਦੂਜੇ ਨਾਲ ਮਿਲਣਾ ਬੰਦ ਨਹੀਂ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕੁਝ ਲੋਕ ਕਰਦੇ ਹਨ, ਸਗੋਂ ਸਾਨੂੰ ਇੱਕ ਦੂਜੇ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰਭੂ ਦਾ ਦਿਨ ਨੇੜੇ ਹੈ। ਬਿਲਕੁਲ ਇਹ ਰੱਬ ਦਾ ਹੁਕਮ ਹੈ। ਦਿਸ ਇਜ਼ ਅ ਕਮਾਂਡਮੈਂਟ ਆਫ ਦਾ ਲਾਰਡ। ਪਰਮੇਸ਼ਰ ਦਾ ਇਹ ਹੁਕਮ ਹੈ, ਰੱਬ ਦੀ ਕਮਾਂਡਮੈਂਟ ਹੈ not to forsake the assembling of his saints। ਰੱਬ ਚਾਹੁੰਦਾ ਆ ਕਿ ਤੁਸੀਂ ਸੰਗਤੀ ਕਰੋ।
ਰੱਬ ਦਾ ਹੁਕਮ ਆ ਕਿ ਤੁਸੀਂ ਸੰਗਤੀ ਕਰਨਾ ਬੰਦ ਨਾ ਕਰੋ। ਹੁਣ ਜਦੋਂ ਕੋਈ ਪੁੱਛਦਾ ਵੀ ਚਰਚ ਤੁਸੀਂ ਕਦੋਂ ਜਾਂਦੇ ਹੋ, ਰੱਬ ਦਾ ਹੁਕਮ ਹੈ, ਇਹ ਪਰਮੇਸ਼ਰ ਦਾ ਹੁਕਮ ਹੈ। ਦਿਸ ਇਜ਼ ਅ ਕਮਾਂਡਮੈਂਟ ਫਰਮ ਦ ਲਾਰਡ to be connected with the church, to stay connected with the church, to have fellowship with the brothers and sisters, to worship together, to listen the word of the Lord together. Amen. ਜਿਉਂ-ਜਿਉਂ ਆਪਾਂ ਸੰਗਤੀ ਦੇ ਵਿੱਚ ਵੱਧਦੇ ਹਾਂ, ਰੱਬ ਦੇ ਵੱਲੋਂ ਬਰਕਤ ਆਪਣੇ ਉੱਤੇ ਉਤਰਦੀ ਆ। ਇਹ ਰੱਬ ਦਾ ਹੁਕਮ ਆ, ਆਪਾਂ ਰੱਬ ਦਾ ਹੁਕਮ ਪੂਰਾ ਕਰਦੇ ਹਾਂ। ਮੇਰਾ ਖਿਆਲ ਨੀਗਾ ਕਿ ਹੋ ਸਕਦਾ ਹੈ ਵੀ ਟਾਮਾ ਇੱਕ ਦੋ ਐਤਵਾਰ ਸ਼ਾਇਦ ਮਿਸ ਕੀਤੇ ਹੋਣ ਕਿਸੇ ਕੋਈ ਖਾਸ ਐਮਰਜੈਂਸੀ ਦੇ ਕਾਰਨ, ਲੇਕਿਨ ਇਹਨਾਂ 35 ਸਾਲਾਂ ਦੇ ਵਿੱਚ ਮੇਰਾ ਖਿਆਲ ਨਹੀਂ ਕਿ ਕੋਈ ਐਸਾ ਹਫਤਾ ਵੀ ਆਇਆ ਹੋਵੇਗਾ ਮੇਰੀ ਜ਼ਿੰਦਗੀ 'ਚ ਵੀ ਜਿਸ ਦਿਨ ਮੈਂ ਚਰਚ ਨਾ ਗਿਆ ਹੋਵਾਂ। ਦੇਖੋ ਤੁਸੀਂ, ਵਾਹ, ਮੇਰਾ ਇਹੀ ਮੇਰਾ ਈਮਾਨ ਹੈ, ਮੇਰੇ ਦਿਲ ਵਿੱਚ ਇਹ ਚਾਹ ਆ, ਖੁਆਇਸ਼ ਮੇਰੀ ਹੈ ਕਿ ਤੁਸੀਂ ਵੀ, ਤੁਹਾਡਾ ਪਰਿਵਾਰ ਵੀ ਪਰਮੇਸ਼ਰ ਦੀ ਸੇਵਾ ਵਿੱਚ ਅੱਗੇ ਵੱਧ ਸਕੇ। ਇਹਦੇ ਨਾਲ ਪਰਮੇਸ਼ਰ ਤਾਂ ਖੁਸ਼ ਹੋਵੇਗਾ ਹੀ, ਤੇ ਜਿਹੜੇ ਭੈਣ ਭਰਾ ਹੈਗੇ ਆਪਾਂ ਸਾਰੇ ਜਿਵੇਂ ਇੱਕ ਦੂਸਰੇ ਨੂੰ ਦੇਖਦੇ ਹਾਂ ਪ੍ਰਭੂ ਦੀ ਸੇਵਾ 'ਚ ਅੱਗੇ ਵੱਧਦੇ, ਅਸੀਂ ਵੀ ਬਹੁਤ ਖੁਸ਼ ਹੋਵਾਂਗੇ ਤੇ ਖੁਸ਼ ਹੁੰਦੇ ਹਾਂ ਦੇਖ ਕੇ ਕਿ ਤੁਸੀਂ ਰੱਬ ਦੇ ਵਿੱਚ ਅੱਗੇ ਵੱਧ ਰਹੇ ਹੋ। ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਨੂੰ ਅਗਵਾਈ ਦੇਵੇਗੀ, ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਨੂੰ ਟੈਸਟੀਫਾਈ ਕਰੇਗੀ ਕਿ ਉਹ ਵੀ ਰੱਬ 'ਚ ਵੱਧ ਸਕਣ। ਜੇ ਆਪਾਂ ਆਪਣੀ ਜਨਰੇਸ਼ਨ ਰੂਹ ਦੇ ਵਿੱਚ ਆਪਾਂ ਇੰਨੇ ਤਕੜੇ ਹੋ ਗਏ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਪ੍ਰਭੂ ਦੇ ਚਰਚ ਵਿੱਚ ਆ ਗਈਆਂ, ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਪਰਮੇਸ਼ਰ ਵਿੱਚ ਤਰੱਕੀ ਕਰ ਰਹੀਆਂ ਨੇ, ਤੇ ਪ੍ਰਭੂ ਦੇ ਵੱਲੋਂ ਆਪਾਂ ਕਹਿ ਸਕਾਂਗੇ ਕਿ ਆਪਾਂ ਉਹ ਮਕਸਦ ਪੂਰਾ ਕੀਤਾ ਜਿਸ ਮਕਸਦ ਦੇ ਕਾਰਨ ਪਰਮੇਸ਼ਰ ਨੇ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਸੀ। ਮੇਰਾ ਵਿਸ਼ਵਾਸ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿ ਆਪਣਾ ਜੀਵਨ ਐਸਾ ਚਾਨਣ ਰੱਬ ਦਾ ਰਿਫਲੈਕਟ ਕਰੇਗਾ ਕਿ ਆਪਣੇ ਜਿੰਨੇ ਵੀ ਦੋਸਤ ਮਿੱਤਰ ਹੈਗੇ ਨੇ, ਪੰਜਾਬੀ ਭੈਣ ਭਰਾ ਜਿੰਨੇ ਵੀ ਆਪਣੇ ਨੇੜੇ ਗੁਆਂਢੀ ਜਿਹੜੇ ਹੈਗੇ ਨੇ, ਆਪਣੇ ਨਾਲ ਰਹਿੰਦੇ ਨੇ, ਉਹਨਾਂ ਤੱਕ ਆਪਾਂ ਪਰਮੇਸ਼ਰ ਦਾ ਚਾਨਣ ਪਹੁੰਚਾਉਣਾ ਆ, ਉਹਨਾਂ ਤੱਕ ਆਪਾਂ ਪਰਮੇਸ਼ਰ ਦੀ ਖੁਸ਼ਖਬਰੀ ਪਹੁੰਚਾਉਣੀ ਆ, ਉਹਨਾਂ ਤੱਕ ਪਰਮੇਸ਼ਰ ਦਾ ਇਹ ਸ਼ੁਭ ਸਮਾਚਾਰ ਆਪਾਂ ਪਹੁੰਚਾਉਣਾ ਹੈ ਪ੍ਰਭੂ ਦੇ ਭੈਣ। ਆਮੇਨ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਤੇ ਬਰਕਤ ਪ੍ਰਾਪਤ ਕਰਦੇ ਹਾਂ ਜਦੋਂ ਆਪਾਂ ਪਰਮੇਸ਼ਰ ਦੇ ਇਸ ਹੁਕਮ ਨੂੰ ਪੂਰਾ ਕਰਦੇ ਹੈਗੇ। ਸੋ ਪ੍ਰਭੂ ਦੇ ਬਣਾਓ, ਇਹ ਤਾਂ ਸੀਗਾ ਆਪਣਾ 8ਵਾਂ ਪੁਆਇੰਟ। 9ਵਾਂ ਪੁਆਇੰਟ ਆਪਾਂ ਦੇਖਾਂਗੇ ਪ੍ਰਭੂ ਦੇ ਬਣਾਓ, ਪੜਾਂਗੇ ਸੰਤ ਮੱਤੀ 12ਵਾਂ ਚੈਪਟਰ ਉਹਦਾ 30ਵਾਂ ਵਰਸ ਪੜਾਂਗੇ। ਵੈਸੇ ਬੜਾ ਫੇਮਸ ਵਰਸ ਹੈਗਾ ਜਿਹਦੇ ਵਿੱਚ ਲਿਖਿਆ ਹੈਗਾ ਪਰਮੇਸ਼ਰ ਵਿੱਚ ਕਹਿੰਦਾ ਪ੍ਰਭੂ ਕਹਿੰਦਾ ਜਿਹੜਾ ਮੇਰੇ ਨਾਲ ਨਹੀਂ ਨਾ ਉਹ ਮੇਰੇ ਖਿਲਾਫ ਹੈ, ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਖਿਲਾਫ ਆ, ਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡ ਜਾਂਦਾ ਆ, ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡ ਜਾਂਦਾ ਆ। ਜਿਹੜਾ ਇਨਸਾਨ ਲਗਾਤਾਰ ਪਰਮੇਸ਼ਰ ਦੀ ਫੈਲੋਸ਼ਿਪ ਦੇ ਵਿੱਚ ਆਉਂਦਾ ਜਾਂਦਾ ਆ ਤੇ ਉਹ ਪ੍ਰਭੂ ਦੀ ਸੇਵਾ 'ਚ ਲੱਗਿਆ ਰਹਿੰਦਾ ਆ, ਪਰਮੇਸ਼ਰ ਦੀਆਂ ਪ੍ਰੇਅਰਾਂ 'ਚ ਲੱਗਿਆ ਰਹਿੰਦਾ ਆ, ਬਾਈਬਲ ਰੀਡਿੰਗ ਵਿੱਚ ਲੱਗਿਆ ਰਹਿੰਦਾ ਆ, ਹੀਲਿੰਗ ਪ੍ਰੇਅਰ ਵਿੱਚ ਲੱਗਿਆ ਰਹਿੰਦਾ ਆ, ਪ੍ਰਭੂ ਦੇ ਮਸਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਆ, ਜਿਹੜਾ ਇਨਸਾਨ ਪ੍ਰਭੂ ਦੇ ਨਾਲ ਆ ਨਾ ਉਹ ਪਰਮੇਸ਼ਰ ਦੇ ਖਿਲਾਫ ਨਹੀਂ ਗਾ, ਜੋ ਰੱਬ ਦੇ ਨਾਲ ਇਕੱਠਾ ਕਰਦਾ ਤਾਂ ਕਦੇ ਖਿੰਡੇਗਾ ਨਹੀਂ। ਸ਼ੈਤਾਨ ਉਹਨੂੰ ਕਿਸੇ ਪਾਸੇ ਭੇਜ ਨਹੀਂ ਸਕੇਗਾ, ਉਹਨੂੰ ਕੰਫਿਊਜ਼ ਨਹੀਂ ਕਰ ਸਕੇਗਾ, ਉਹਨੂੰ ਡਿਸਟਰੋਏ ਨਹੀਂ ਕਰ ਸਕੇਗਾ। ਉਹ ਪ੍ਰਭੂ ਦੇ ਵਿੱਚ ਬਣਿਆ ਰਹੇਗਾ ਪ੍ਰਭੂ ਦੇ ਨਾਲ। ਸੋ ਪ੍ਰਭੂ ਦੀ ਸੇਵਾ ਵਿੱਚ ਵੱਧ ਕੇ ਆਪਾਂ ਪ੍ਰਭੂ ਦੇ ਨਾਲ ਇੱਕ ਹੋ ਜਾਂਦੇ ਹਾਂ। ਪ੍ਰਭੂ ਨੇ ਕਿਹਾ ਸੀ ਜਿਹੜਾ ਮੇਰੇ ਨਾਲ ਨਹੀਂ ਮੇਰੇ ਖਿਲਾਫ ਆ। ਆਪਾਂ ਸਾਰੇ ਪ੍ਰਭੂ ਦੇ ਨਾਲ ਆ, ਆਪਾਂ ਉਹਦੇ ਸਰੀਰ ਦੇ ਨਾਲ ਆ, ਆਪਾਂ ਬੋਡੀ ਆਫ ਕ੍ਰਾਈਸਟ ਦੇ ਨਾਲ ਆ ਪ੍ਰਭੂ ਦੇ ਨਾਲ। ਆਮੇਨ। ਪਰਮੇਸ਼ਰ ਦਾ ਵਚਨ ਇਹੀ ਆਪਾਂ ਨੂੰ ਸਿਖਾਉਂਦਾ ਆ, ਇਹੀ ਬਰਕਤ ਆਪਾਂ ਨੂੰ ਪਰਮੇਸ਼ਰ ਦਾ ਵਚਨ ਭੇਜਦਾ ਹੈਗਾ। ਤੁਸੀਂ ਦੇਖੋ ਧਿਆਨ ਦੇਣਾ, ਜਿੰਨੇ ਭੈਣ ਭਰਾ ਪਰਮੇਸ਼ਰ ਦੇ ਕਲੀਸਿਆ ਦੇ ਨਾਲ ਜੁੜੇ ਹੋਏ ਨੇ, ਜਿੰਨਾ ਜ਼ਿਆਦਾ ਜੁੜੇ ਹੋਣਗੇ ਉਹ ਉਹਨੇ ਰੂਹ ਵਿੱਚ ਤਰੱਕੀ ਕਰਨਗੇ, ਉਹਨੇ ਰੂਹ 'ਚ ਤਰੱਕੀ ਕਰਨਗੇ। ਤੇ ਤੁਸੀਂ ਦੇਖੋਗੇ ਧਿਆਨ ਨਾਲ ਕਿ ਉਹਨਾਂ ਦੀਆਂ ਜ਼ਿੰਦਗੀਆਂ 'ਚ ਜਿੰਨੀਆਂ ਮੁਸ਼ਕਲਾਂ ਆਈਆਂ ਹੋਣਗੀਆਂ ਉਹਨਾਂ ਨੇ ਉਹ ਸਾਰੀਆਂ ਮੁਸ਼ਕਲਾਂ ਐਂ ਸੋਲਵ ਕਰ ਲਈਆਂ ਨੇ। हाँ, कोई कुछ मुश्किल छेती सॉल्व कर लिया, कुछ मुश्किल ਨੂੰ ਕੁਝ ਚਿਰ ਲੱਗ ਗਿਆ, ਹਫ਼ਤੇ ਮਹੀਨੇ ਲੱਗੇ ਨੇ, ਤੇ ਕੁਝ ਮੁਸ਼ਕਿਲ ਨੂੰ ਸਾਲ ਲੱਗ ਸਕਦੇ ਨੇ, ਲੇਕਿਨ ਉਹ ਕਦੇ ਡਿੱਗੇ ਨਹੀਂ, ਉਹ ਖੜੇ ਰਹੇ ਨੇ ਪਰਮੇਸ਼ਰ ਦੇ ਵਿੱਚ। ਲੇਕਿਨ ਹੁਣ ਤੁਸੀਂ ਉਹਨਾਂ ਨੂੰ ਦੇਖੋ ਜਿਹੜੇ ਬਹੁਤ ਘੱਟ ਪਰਮੇਸ਼ਰ ਦੇ ਚਰਚ ਵਿੱਚ ਆਉਂਦੇ ਨੇ ਜਾਂ ਪਰਮੇਸ਼ਰ ਦੀ ਸੰਗਤੀ ਨਹੀਂ ਕਰਦੇ, ਉਹ ਪਰਮੇਸ਼ਰ ਦੀ ਬੋਡੀ ਆਫ ਕ੍ਰਾਈਸਟ ਦੇ ਨਾਲ ਉੱਠਣਾ ਬੈਠਣਾ ਹੈ ਨਹੀਂਗਾ ਉਹਨਾਂ ਦਾ। ਤੁਸੀਂ ਦੇਖੋ ਉਹਨਾਂ ਦੀਆਂ ਜ਼ਿੰਦਗੀਆਂ ਛੋਟੀ ਜਿਹੀ ਪ੍ਰੋਬਲਮ ਆਈ ਨਹੀਂ ਤੇ ਉਹ ਇੰਨੇ ਡਿਸਕਰੇਜ ਹੋ ਜਾਂਦੇ ਨੇ, ਉਹ ਪ੍ਰੋਬਲਮਸ ਨੂੰ ਸੋਲਵ ਨਹੀਂ ਕਰ ਸਕਦੇ, ਉਹ ਸੋਲੂਸ਼ਨ ਨਹੀਂ ਕੱਢ ਪਾਉਂਦੇ, ਉਹ ਮੁਸ਼ਕਿਲਾਂ 'ਚ ਫਸ ਜਾਂਦੇ ਨੇ, ਡਿਸਕਰੇਜਮੈਂਟ ਵਿੱਚ ਆ ਜਾਂਦੇ ਨੇ, ਡਿਪਰੈਸ਼ਨ ਵਿੱਚ ਆ ਜਾਂਦੇ ਨੇ, ਬਿਮਾਰੀਆਂ ਵਿੱਚ ਆ ਜਾਂਦੇ ਨੇ, ਇਸ ਸਾਰੀਆਂ ਚੀਜ਼ਾਂ ਦੇ ਵਿੱਚ ਆ ਜਾਂਦੇ ਨੇ। ਸੋ ਕਿੱਡੀ ਬੜੀ ਬਰਕਤ ਆ ਭਰਾਵਾਂ ਤੇ ਭੈਣਾਂ, ਫੈਲੋਸ਼ਿਪ ਕਰਨੀ, ਪ੍ਰਭੂ ਦੇ ਸਰੀਰ ਦੇ ਨਾਲ ਉੱਠਣਾ ਬੈਠਣਾ,
ਪ੍ਰਭੂ ਦੇ ਸਰੀਰ ਦੇ ਨਾਲ ਜੁੜੇ ਰਹਿਣਾ, ਉਹਦਾ ਅਸਰ ਤੁਹਾਡੇ ਤੇ ਪਏਗਾ ਤੇ ਉਹ ਐਸਾ ਅਸਰ ਪਏਗਾ ਕਿ ਤੁਹਾਨੂੰ ਕੈਪੇਬਲ ਬਣਾ ਦੇਗਾ, ਤੁਹਾਨੂੰ ਇਸ ਯੋਗ ਬਣਾ ਦੇਗਾ ਤਾਂ ਕਿ ਤੁਸੀਂ ਸਾਰੀਆਂ ਸਿਚੁਏਸ਼ਨਸ ਆਪਣੀਆਂ ਸੋਲਵ ਕਰ ਸਕੋ, ਆਪਣੀਆਂ ਪ੍ਰੋਬਲਮਸ ਸੋਲਵ ਕਰ ਸਕੋ, ਆਪਣੀਆਂ ਸਿਚੁਏਸ਼ਨ ਡੀਲ ਕਰ ਸਕੋ ਤੇ ਅੱਗੇ ਵੱਧ ਸਕੋ ਪਰਮੇਸ਼ਰ ਦੇ ਪਵਿੱਤਰ ਨਾਮ ਦੇ ਵਿੱਚ। ਮੈਂ ਵਿਸ਼ਵਾਸ ਕਰਦਾ ਆਪਣੇ ਜੀਵਨਾਂ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹੀ ਹੋਵੇਗਾ। ਸੋ ਪ੍ਰਭੂ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਿਆ ਕਿ ਕਿੰਨਾ ਜ਼ਰੂਰੀ ਹੈ ਤਾਂ ਕਿ ਆਪਾਂ ਪਰਮੇਸ਼ਰ ਦੇ ਨਾਲ ਉਹਦੇ ਸੰਗਤੀ ਕਰ ਸਕੀਏ, ਪਰਮੇਸ਼ਰ ਦੀ ਬੋਡੀ ਨਾਲ, ਸਰੀਰ ਦੇ ਨਾਲ ਸੰਗਤੀ ਕਰ ਸਕੀਏ। ਅੱਜ ਆਪਾਂ 10 ਪੁਆਇੰਟਸ ਆਪਾਂ ਸ਼ੇਅਰ ਕੀਤੇ ਹੈਗੇ ਨੇ ਪ੍ਰਭੂ ਦੇ ਵਚਨ ਦੇ ਵਿੱਚੋਂ। ਤੁਹਾਨੂੰ ਯਾਦ ਹੈ ਕਿ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਇਸ ਦੁਨੀਆ ਦਾ ਨੂਨ ਹੋ, ਮਤਲਬ ਸਾਲਟ, ਯੂ ਆਰ ਦ ਸਾਲਟ ਆਫ ਦਿਸ ਵਰਲਡ। ਆਮੇਨ। ਤੁਸੀਂ ਜਗਤ ਦਾ ਚਾਨਣਾ, ਪ੍ਰਭੂ ਯਿਸੂ ਨੇ ਕਿਹਾ ਸੀਗਾ ਮੈਂ ਵੀ ਜਗਤ ਦਾ ਚਾਨਣਾ, ਲੇਕਿਨ ਬਾਅਦ ਪ੍ਰਭੂ ਯਿਸੂ ਨੇ ਕਿਹਾ ਤੁਸੀਂ ਜਗਤ ਦਾ ਚਾਨਣ ਹੋ, ਕਿਉਂਕਿ ਪਰਮੇਸ਼ਰ ਦਾ ਚਾਨਣ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ ਹੈ। ਆਮੇਨ। ਸੋ ਪ੍ਰਭੂ ਨੂੰ ਇਹ ਚਾਨਣ ਨੂੰ ਬੁਝਣ ਨਹੀਂ ਦੇਣਾ। ਜਿਉਂ-ਜਿਉਂ ਆਪਾਂ ਐਕਲੇਸੀਆ ਵਿੱਚ ਆਉਂਦੇ ਹਾਂ, ਜਿਉਂ-ਜਿਉਂ ਆਪਾਂ ਬੋਡੀ ਆਫ ਕ੍ਰਾਈਸਟ ਨਾਲ ਸੰਗਤੀ ਕਰਦੇ ਹਾਂ, ਤਿਉਂ-ਤਿਉਂ ਆਪਾਂ ਚਾਰਜ ਹੋ ਜਾਂਦੇ ਹਾਂ। ਜਦੋਂ ਆਪਾਂ ਆਪਣੇ ਫੋਨ ਚਾਰਜ ਕਰਨ ਨਹੀਂ ਲਾਉਂਦੇ, ਕਿੰਨੇ ਚਿਰ ਲਾਉਂਦੇ ਆ? ਕਈ ਫੋਨ ਤਾਂ 8-8 ਘੰਟੇ ਲਾਈਦੇ ਨੇ। ਹੁਣ ਅੱਜ ਕੱਲ੍ਹ ਜਿਹੜੇ ਫੋਨ ਹੈ 4-5 ਘੰਟੇ 'ਚ ਹੀ ਚਾਰਜ ਹੋ ਜਾਂਦੇ ਨੇ, ਫੁੱਲੀ ਚਾਰਜ ਹੋ ਜਾਂਦੇ ਨੇ। ਲੇਕਿਨ ਐਕਲੇਸੀਆ ਵਿੱਚ ਆਪਾਂ ਆਉਂਦੇ ਹਾਂ ਬਸ 2 ਘੰਟੇ ਲਈ, ਉਹਦੇ ਨਾਲ ਆਪਣੀ ਰੂਹਾਨੀ ਜ਼ਿੰਦਗੀ ਇੰਨੀ ਚਾਰਜ ਹੋ ਜਾਂਦੀ ਆ ਤੇ ਪਿਛਲੇ 7 ਦਿਨ ਜਿਹੜੇ ਆਪਾਂ ਮਿਹਨਤ ਕੀਤੀ ਹੁੰਦੀ ਆ, ਨਾਲੇ ਉਹਦਾ ਰੈਸਟ ਮਿਲ ਜਾਂਦਾ, ਨਾਲੇ ਆਉਣ ਵਾਲੇ 7 ਦਿਨ ਦੇ ਵਾਸਤੇ ਪਰਮੇਸ਼ਰ ਦੀ ਤਾਕਤ ਮਿਲ ਜਾਂਦੀ ਆ। ਇਹ ਪ੍ਰਭੂ ਦੇ ਘਰ ਦੇ ਵਿੱਚ ਆ ਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ। ਸੋ ਪ੍ਰਭੂ ਦੇ ਵਚਨ ਦੇ ਵਿੱਚ ਦੱਸਿਆ ਗਿਆ ਆ ਕਿ ਇਹ ਜ਼ਰੂਰੀ ਆ ਕਿ ਆਪਾਂ ਆਪਣੀਆਂ ਪ੍ਰਾਇੋਰਟੀਜ਼ ਫਿਕਸ ਕਰ ਸਕੀਏ। ਤੁਸੀਂ ਆਪਣੀਆਂ ਪ੍ਰਾਇੋਰਟੀਜ਼ ਫਿਕਸ ਕੀਤੀਆਂ ਹੋਈਆਂ ਨੇ? ਤੁਸੀਂ ਪਰਮੇਸ਼ਵਰ ਦੇ ਸਰੀਰ ਨੂੰ, ਚਰਚ ਨੂੰ, ਐਕਲੇਸੀਆ ਨੂੰ, ਬੋਡੀ ਆਫ ਕ੍ਰਾਈਸਟ ਨੂੰ ਪਹਿਲ ਦਿੱਤੀ ਹੈ ਕਿ ਕੁਝ ਵੀ ਹੋ ਜਾਏ ਬੋਡੀ ਆਫ ਕ੍ਰਾਈਸਟ ਦੇ ਨਾਲ ਮੈਂ ਟੁੱਟਣਾ ਨਹੀਂ ਗਾ। ਇਹ ਨੰਬਰ 1 ਨਾ ਮੇਰੀ ਜ਼ਿੰਦਗੀ ਦੇ ਵਿੱਚ। ਸੋ ਆਪਣੀਆਂ ਪ੍ਰਾਇੋਰਟੀਜ਼ ਜਿਹੜੀਆਂ ਨੇ, ਪਹਿਲੇ ਨੰਬਰ ਤੇ ਕੀ ਆ ਤੁਹਾਡੇ ਦਿਲ ਵਿੱਚ, ਦੂਜੇ ਨੰਬਰ ਤੇ ਕੀ ਆ ਤੁਹਾਡੇ ਦਿਲ ਦੇ ਵਿੱਚ, ਤੀਜੇ ਨੰਬਰ ਤੇ ਕੀ ਆ ਤੁਹਾਡੇ ਦਿਲ ਵਿੱਚ, ਇਹ ਚੀਜ਼ਾਂ ਕਲੀਅਰ ਕਰਨੀਆਂ ਜ਼ਰੂਰੀ ਨੇ ਤੇ ਇਹਦੇ ਉੱਤੇ ਡਿਸਿਪਲਿਨ ਦੇ ਨਾਲ ਬੋਲਡਲੀ, ਵਿਲਿੰਗਲੀ ਚੱਲਣਾ ਜ਼ਰੂਰੀ ਹੈ ਜੇ ਆਪਾਂ ਰੂਹ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੈਗੇ। ਸੋ ਜਿਸ ਆਪਾਂ ਪੜ੍ਹ ਕੇ ਗਏ ਹਾਂ ਕਿ ਪ੍ਰਭੂ ਦਾ ਬਚਨ ਕਹਿੰਦਾ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਖੋਜ ਕਰ ਤੇ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਾਨ ਵਿੱਚ ਦਿੱਤੀ ਜਾਣਗੀਆਂ। ਸੋ ਪਹਿਲ ਦਿੱਤੀ ਗਈ ਹੈ ਪਰਮੇਸ਼ਰ ਦੇ ਰਾਜ ਨੂੰ, ਪਹਿਲ ਦਿੱਤੀ ਗਈ ਆ ਕਿੰਗਡਮ ਆਫ ਗੋਡ ਨੂੰ, ਪਹਿਲ ਦਿੱਤੀ ਗਈ ਹੈ ਐਕਲੀਸੀਆ ਨੂੰ, ਪਰਮੇਸ਼ਰ ਦੇ ਬੋਡੀ ਆਫ ਕ੍ਰਾਈਸਟ ਦੇ ਨਾਲ ਸੰਗਤੀ ਕਰਨ ਪਹਿਲ ਦਿੱਤੀ ਗਈ ਹੈ। ਕੀ ਤੁਹਾਡੇ ਦਿਲ ਵਿੱਚ ਵੀ ਇਹੀ ਪਹਿਲੇ ਨੰਬਰ ਤੇ ਆ? ਪਰਮੇਸ਼ਰ ਦਾ ਰਾਜ, ਪਰਮੇਸ਼ਰ ਦੀ ਹਜ਼ੂਰੀ? ਤੇ ਜੇ ਹੈ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਹਾਨੂੰ ਕੋਈ ਕਮੀ ਨਹੀਂ ਰਹਿ ਜਾਏਗੀ, ਕੋਈ ਕਸਰ ਨਹੀਂ ਰਹਿ ਜਾਏਗੀ ਤੁਹਾਡੀ ਜ਼ਿੰਦਗੀ 'ਚ। ਰੱਬ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਕਿੱਦਾਂ ਕਰੇਗਾ? ਸੁਪਰਨੈਚੁਰਲੀ। ਉਹ ਜਾਣਦਾ ਆ ਉਹਦੇ ਤਰੀਕੇ ਕਿੱਦਾਂ ਨੇ। ਆਮੇਨ। ਲੇਕਿਨ ਤੁਹਾਡੀ ਜ਼ਿੰਦਗੀ ਦੇ ਵਿੱਚੋਂ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲਿਆ ਹਰ ਇੱਕ ਸ਼ਬਦ ਥੱਲੇ ਨਹੀਂ ਡਿੱਗੇਗਾ, ਉਹ ਕੁਝ ਕਰਕੇ ਆ ਜਾਏਗਾ। ਜੋ ਵੀ ਕੁਝ ਬੋਲਦੇ ਹੋ ਤੁਸੀਂ, ਪ੍ਰਭੂ ਯਿਸੂ ਦੇ ਨਾਮ 'ਚ ਪੂਰਾ ਹੋ ਜਾਏਗਾ। ਆਮੇਨ। ਸੋ ਪ੍ਰਭੂ ਦੇ ਨਾਮ ਆਪਾਂ ਨੂੰ ਪਤਾ ਹੈ ਕਿ ਸੰਤ ਮਤੀ 16:24 ਦੇ ਵਿੱਚ ਕਲੀਅਰ ਲਿਖਿਆ ਹੈਗਾ, ਪ੍ਰਭੂ ਯਿਸੂ ਨੇ ਕਿਹਾ ਸੀਗਾ ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਹੋਵੇ ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਸਲੀਬ ਉਠਾਏ ਰੋਜ਼ਾਨਾ ਤੇ ਫਿਰ ਮੇਰੇ ਪਿੱਛੇ ਆਵੇ। ਆਪਣੇ ਆਪ ਦਾ ਇਨਕਾਰ ਕਰੇ, ਮਤਲਬ ਪ੍ਰਾਇੋਰਟੀਜ਼। ਪਹਿਲੀ ਪ੍ਰਾਇੋਰਟੀ ਜਿਹੜੀ ਆਪਾਂ ਰੱਬ ਨੂੰ ਦਿੱਤੀ ਹੈ, ਪਹਿਲੀ ਪ੍ਰਾਇੋਰਟੀ ਜਿਹੜੀ ਆਪਾਂ ਬੋਡੀ ਆਫ ਕ੍ਰਾਈਸਟ ਨੂੰ ਦਿੱਤੀ ਹੈ, ਆਪਣੇ ਆਪ ਦਾ ਇਨਕਾਰ ਕੀਤਾ। ਕਿਉਂਕਿ ਜੇ ਆਪਣੇ ਆਪ ਨੂੰ ਪੁੱਛੋ ਤੇਰੀ ਪਹਿਲੀ ਪ੍ਰਾਇੋਰਟੀਜ਼ ਕੀ ਆ, ਤੁਸੀਂ ਕਹੋਗੇ ਮੇਰੀ ਪਹਿਲੀ ਪ੍ਰਾਇੋਰਟੀ ਹੈ ਸੋਨਾ, ਤੁਸੀਂ ਕਹੋਗੇ ਮੇਰੀ ਪਹਿਲੀ ਪ੍ਰਾਇੋਰਟੀ ਖਾਣਾ, ਜਾਂ ਮੇਰੀ ਪਹਿਲੀ ਪ੍ਰਾਇੋਰਟੀ ਹੈ ਮੇਰੀ ਫੈਮਿਲੀ, ਜਾਂ ਮੇਰੀ ਪਹਿਲੇ ਨੰਬਰ 'ਤੇ ਮੇਰੀ ਪ੍ਰਾਇੋਰਟੀ ਹੈ ਕੰਮ ਜਾਂ ਪੈਸਾ ਜਾਂ ਇਹ ਜਾਂ ਉਹ। ਪ੍ਰਭੂ ਦਾ ਕਹਿੰਦਾ ਸਭ ਤੋਂ ਪਹਿਲੇ ਨੰਬਰ 'ਤੇ ਜੇ ਤੂੰ ਪਰਮੇਸ਼ਰ ਦੇ ਰਾਜ ਦੀ ਖੋਜ ਕਰੇ ਤਾਂ ਤੈਨੂੰ ਸਾਰੀਆਂ ਚੀਜ਼ਾਂ ਦਾਨ ਦੇ ਵਿੱਚ ਦਿੱਤੀਆਂ ਜਾਣਗੀਆਂ। ਕਿੱਡੀ ਵੱਡੀ ਬਰਕਤ ਹੈ। ਦੁਬਾਰਾ ਫਿਰ ਮੈਂ ਯਾਦ ਕਰਦਾ ਹੈਗਾ ਆ ਦਾਊਦ ਦੇ ਦਿਲ ਨੂੰ, ਜਿਹੜਾ ਪੜ੍ਹ ਕੇ ਗਏ ਹਾਂ ਪਰਮੇਸ਼ਰ ਵਚਨ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚਲੀਏ। ਜਦੋਂ ਵੀ ਤੁਸੀਂ ਤਿਆਰ ਹੁੰਦੇ ਹੋ ਐਕਲੀਸੀਆ ਵਿੱਚ ਆਉਣ ਵਾਸਤੇ, ਕਿ ਤੁਸੀਂ ਖੁਸ਼ ਹੁੰਦੇ ਹੋ? ਆਪਣੀਆਂ ਗੱਡੀਆਂ ਦੇ ਵਿੱਚ, ਬੱਸਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ, ਜਹਾਜ਼ਾਂ ਦੇ ਵਿੱਚ, ਜਿੱਥੋਂ ਵੀ ਤੁਸੀਂ ਆਉਂਦੇ ਹੋ, ਕਿ ਤੁਸੀਂ ਖੁਸ਼ ਹੁੰਦੇ ਹੋ, ਖੁਸ਼ੀ ਨਾਲ ਆਉਂਦੇ ਹੋ, ਵਾਓ ਯਹੋਵਾ ਦੇ ਘਰ ਚਲੇ ਆ। ਉਸ ਖੁਸ਼ੀ 'ਤੇ ਡਿਪੈਂਡ ਕਰਦਾ ਆ, ਉਸ ਤੁਹਾਡੇ ਦਿਲ ਦੇ ਡਿਜ਼ਾਇਰ 'ਤੇ ਡਿਪੈਂਡ ਕਰਦਾ ਤੁਸੀਂ ਕਿੱਡੀ ਬਰਕਤ ਲੈ ਕੇ ਜਾਓਗੇ, ਕਿੱਡਾ ਪਰਮੇਸ਼ਰ ਦਾ ਆਸ਼ੀਰਵਾਦ ਲੈ ਕੇ ਆ ਜਾਓਗੇ। ਪਰਮੇਸ਼ਰ ਦੀ ਜਿਹੜੀ ਸੇਵਾ ਆ, ਪਰਮੇਸ਼ਰ ਜਿਹੜੀ ਮੀਟਿੰਗ ਆ, ਜਿਹੜੀ ਸਰਵਿਸ ਆ, ਉਹ ਚਰਚਾ ਕੇ ਸ਼ੁਰੂ ਨਹੀਂ ਹੁੰਦੀ, ਉਹ ਘਰੋਂ ਨਿਕਲਦੇ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਤੁਸੀਂ ਘਰੋਂ ਨਿਕਲਦੇ ਹੋ ਉੱਥੇ ਹੀ ਉਹ ਰੱਬ ਦਾ ਮਸਾ ਕਦਮ ਘੇਰ ਲੈਂਦਾ। ਘਰੋਂ ਨਿਕਲਦੇ ਸਾਰੀ ਉਹ ਸਰਵਿਸ ਸ਼ੁਰੂ ਹੋ ਜਾਂਦੀ ਆ। ਵਾਪਸ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਜਦੋਂ ਵਾਪਸ ਘਰ ਨੂੰ ਜਾਂਦੇ ਆ ਤਦ ਤੱਕ ਤੁਸੀਂ ਉਸ ਮਸਾ ਦੇ ਵਿੱਚ ਰਹੋਗੇ।
ਮੈਂ ਅੱਜ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਪੂਰਾ ਕਰ ਸਕੋ। ਮੈਂ ਦੁਆ ਕਰਦਾ ਕਿ ਤੁਸੀਂ ਰੱਬ ਦੇ ਵਿੱਚ ਬਚ ਸਕੋ, ਪਰਮਾਤਮਾ ਵਿੱਚ ਬਚ ਸਕੋ, ਤੇ ਪਰਮੇਸ਼ਰ ਦਾ ਚਾਨਣ ਤੁਹਾਡੀ ਜ਼ਿੰਦਗੀ 'ਚ ਤੇ ਤੁਹਾਡੇ ਥਾਈਂ ਦੀ ਦੂਜਿਆਂ ਤੱਕ ਪਹੁੰਚ ਸਕੇ, ਤੁਹਾਡੇ ਥਾਈਂ ਦੀ ਲੋਕ ਬਚਾਏ ਜਾ ਸਕਣ, ਲੋਕ ਤਰੱਕੀ ਪ੍ਰਾਪਤ ਕਰਨ, ਬਰਕਤ ਪ੍ਰਾਪਤ ਕਰਨ। ਇਹ ਮੇਰੀ ਪ੍ਰਾਰਥਨਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ, ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ ਹੋਵੇ, ਜਿਉਂ-ਜਿਉਂ ਉਹ ਪ੍ਰਭੂ ਯਿਸੂ ਦੇ ਸ਼ਰੀਰ ਨਾਲ ਸੰਗਤੀ ਕਰਦੇ ਨੇ, ਯਿਸੂ ਮਸੀਹ ਜੀ ਦੇ ਪਵਿੱਤਰ 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 ਨਾਮ ਦੇ ਵਿੱਚ। ਆਮੀਨ, ਆਮੀਨ। ਜੈ ਮਸੀਹ।